ਵੀ ਬਿਕਰਮ ਮਜੀਠੀਆ ਨੂੰ ਅਸੀਂ ਕਿਹਾ ਵੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰ ਉਹਨਾਂ ਦੇ ਹਲਕੇ 'ਚ, ਵੀ ਉਹਦੇ ਨਾਲ ਜਾ ਕੇ ਲੜ। ਜਿਹੜਾ ਕੋਈ ਆਪਣੇ ਆਪ ਨੂੰ ਜਰਨੈਲ ਕਹਾਉਂਦਾ, ਜੇ ਉਹ 5 ਸਾਲ ਕੋਈ ਮੰਤਰੀ ਰਿਹਾ, 5 ਸਾਲ ਕੋਈ ਵਧੀਆ ਵੱਡੇ ਅਹੁਦਿਆਂ ਤੇ ਰਿਹਾ, ਤੇ ਉਹਨੂੰ ਹੀ ਭਿੜਨਾ ਚਾਹੀਦਾ। ਕੋਈ ਚੰਗੀ ਸੀਟ ਚਾ ਜਿਤਾਓ, ਤੇ ਜਿਹੜਾ ਕੋਈ ਤਕੜਾ ਜਰਨੈਲ ਆ ਉਹਨੂੰ ਫਸਾਓ ਨਾ ਜਰਨੈਲ ਮੂਹਰੇ। ਜੇ 5 ਸਾਲ ਤੁਸੀਂ ਕਿਸੇ ਨੂੰ ਚੀਫ ਮਿਨਿਸਟਰੀਆਂ ਦਿੱਤੀਆਂ, ਉਹ ਸੌਖੀ ਸੀਟ ਤੇ ਜਿੱਤੀ ਜਾਣਾ ਉਹਨੇ, ਆਪਣੀ ਤੇ ਜਿੱਤੇ। ਦੂਜੀ ਤਾਂ ਉਹਨੂੰ ਕਹੇ ਭਾਈ ਚੱਲ। ਪਿਛਲੀ ਵਾਰ ਅਸੀਂ ਇਹ ਫੈਸਲਾ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਲੜੀ ਸੀ, ਮੈਂ ਵੀ ਲੜਨ ਗਿਆ ਸੀ ਜਲਾਲਾਬਾਦ। ਅਗਲੇ ਨੂੰ ਬੰਨ੍ਹ ਕੇ ਰੱਖ ਦਿਓ ਸੀਟਾਂ ਤੇ। ਇਸ ਕਰਕੇ ਉਹਨੂੰ ਮਜੀਠੇ ਤੋਂ ਲੜਨਾ ਚਾਹੀਦਾ। ਉਹ ਤੁਹਾਡੇ ਕੋਲ ਪਹਿਲਾਂ ਦਬਕਾ ਮਾਰ ਕੇ ਆ ਵੀ ਮੈਂ ਤੁਹਾਡੇ ਖਿਲਾਫ ਲੜਨਾ, ਪਹਿਲਾਂ ਤੁਸੀਂ ਉਹ ਥਾਪੀ ਮਾਰੋ, ਮੈਂ ਆਉਣਾ ਤੇਰੇ ਘਰ ਚ ਆ ਕੇ ਠੋਕੂ ਤੈਨੂੰ। ਇੰਨੀ ਜਾਨ ਚਾਹੀਦੀ ਆ ਲੀਡਰ ਚ। ਇਹਨੂੰ ਮੇਨ ਫੇਸ ਕਿਉਂ ਨਹੀਂ ਅਨਾਉਂਸ ਕਰ ਰਹੇ, ਇਹਨਾਂ ਨੂੰ ਫੇਸ ਕਿਉਂ ਨਹੀਂ ਅਨਾਉਂਸ ਕਰ ਰਹੇ ਇਸ ਦੀ ਸਿਆਸਤ? ਪਰ ਕੌਣ ਕਹਿੰਦਾ ਨਹੀਂ ਬਣਨਗੇ ਸੀਐਮ ਦੁਬਾਰਾ? ਉਹ ਇਹ ਤਾਂ ਅਸੀਂ ਦੇਖਣਾ ਨਾ, ਜਿਹੜੇ ਐਮਐਲਏ ਬਣ ਕੇ ਆਉਣਗੇ। ਜੇ ਚੰਨੀ ਨੇ ਸਾਰੇ ਐਮਐਲਏਆਂ ਦੇ ਕੰਮ ਕੀਤੇ ਆ, ਸਾਰੇ ਲੋਕ ਉਹਨਾਂ ਤੋਂ ਖੁਸ਼ ਨੇ, ਤੇ ਚੰਨੀ ਨੂੰ ਕੌਣ ਰੋਕੂਗਾ ਸੀਐਮ ਬਣਨ ਨੂੰ? ਵੋਟ ਆ ਜਿਹੜੀ ਉਹ ਚੰਨੀ ਦੇ ਨਾਂ ਤੇ ਕਹਿਣ ਵੀ ਚੰਨੀ ਦੇ ਨਾਂ ਤੇ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾ ਰਹੇ ਹਾਂ, ਸਾਡਾ ਸੀਐਮ ਦੁਬਾਰਾ ਚੰਨੀ ਬਣਨਾ ਚਾਹੀਦਾ, ਤੇ ਬਣੂਗਾ ਕੌਣ ਰੋਕ? ਤੁਸੀਂ ਚੋਣ ਲੜ ਰਹੇ ਹੋ? ਨਹੀਂ। ਟੈਲੀਫੋਨ ਕਿਹਦਾ ਏ? ਇਹ ਕੇਜਰੀਵਾਲ ਦਾ ਨੰਬਰ ਆ। ਹੁਣ ਵੱਜਣਾ ਕਿੱਥੇ ਆ? ਇਹ ਵੱਜਣਾ ਤਾਂ ਕੇਜਰੀਵਾਲ ਦੇ ਕਰਿੰਦਿਆਂ ਕੋਲ ਆ। ਦੇਖ ਲਿਆ ਅੰਦਰੋਂ ਕੀ ਖੇਡਾਂ ਖੇਡਦੇ ਸੀ ਰਾਜੇਵਾਲ ਤੇ ਇਹ ਤਾਂ ਹੁਣ ਟਿਕਟਾਂ ਦੀ ਲੜਾਈ ਹੋ ਗਈ। ਕਿਸ ਕਮੀਨਪਣੇ ਤੱਕ ਜਾ ਸਕਦੇ ਆ ਯਾਰ। ਦੇਖੋ ਉਹਨਾਂ ਨਾਲ ਗੱਠਜੋੜ, ਲੋਕ ਵਿਚਾਰੇ 750 ਸ਼ਹੀਦ ਹੋ ਗਏ, ਉਹਨਾਂ ਦੀ ਕੋਈ ਗੱਲ ਨਹੀਂ। ਅੱਜ ਕਿਸਾਨਾਂ ਨੂੰ ਰਾਜੇਵਾਲ ਅੰਦਰ ਖਾਤੇ ਟਿਕਟਾਂ ਦੀ ਗੱਲਾਂ ਕਰਦਾ ਸੀ, ਜਦੋਂ ਉਹਨੇ ਦੇਖਿਆ ਵੀ ਲੋੜ ਹੀ ਨਹੀਂ ਕੋਈ ਰਾਜੇਵਾਲ ਦਾ, ਜਿਹੜਾ ਕੱਢਣਾ ਸੀ ਉਹਦਾ ਕਚੂਬਰ ਕੱਢ ਲਿਆ, ਤੇ ਰਾਜੇਵਾਲ ਨੂੰ ਅੰਬ ਦੀ ਗੁਠਲੀ ਵਾਂਗੂ ਨਿਚੋੜ ਕੇ ਮਾਰਿਆ ਕੱਢ ਕੇ ਬਾਹਰ। ਤੇ ਇਸ ਕਰਕੇ ਉਹੋ ਜਿਹਾ ਰਾਜੇਵਾਲ ਜਿਹੜਾ ਸਾਰਾ ਐਜੀਟੇਸ਼ਨ ਆ ਜਿਹੜਾ ਉਹ ਤਾਂ ਆਮ ਲੋਕਾਂ ਕਿਸਾਨਾਂ ਦਾ ਸੀ, ਤੁਹਾਡਾ ਲੀਡਰਾਂ ਦਾ ਥੋੜੀ ਸੀ। ਵੇਚਣ ਚਲਿਆ ਗਿਆ ਸਾਰਾ ਇਹਦੇ ਘਰੇ। ਕੀ ਤੁਸੀਂ ਇੱਕ ਪਰਿਵਾਰ ਦੋ ਟਿਕਟਾਂ ਨਾਲ ਸਹਿਮਤ? ਵੱਡਾ ਕੋਈ ਵੀ ਪਰਸਨੈਲਿਟੀ ਉਹ ਲੈ ਆਓ, ਉਹ ਜ਼ਰੂਰੀ ਥੋੜੀ ਆ। ਹੁਣ ਸਨੀ ਦਿਓਲ ਕਿੱਡਾ ਵੱਡਾ ਕਹਿੰਦਾ ਸੀ ਮੌਕਾ ਮਾਰਾਂ, ਪਤਾ ਨਹੀਂ ਕੀ ਮੈਂ ਕਰ ਦਿੰਨਾ ਏ। 2.5 ਕਿਲੋ ਦਾ ਹੱਥ ਆ, ਉਹ 2.5 ਕਿਲੋ ਦਾ ਛੱਡੋ, ਮਤਲਬ ਜੋ ਉਹਨੇ ਜਲੂਸ ਕੱਢਤਾ ਧਰਮਿੰਦਰ ਦਾ ਵੀ ਉਹਨੇ ਸਾਰੀ ਉਮਰ ਦੀ ਕੀਤੀ ਕਰਾਈ ਮਿੱਟੀ ਕਰਾ ਦਿੱਤੀ। ਮੈਂ ਉੱਥੇ ਐਬਸੈਂਸ ਕਮੇਟੀ ਆ ਜਿਹੜੀ ਹਾਜ਼ਰੀਆਂ ਲਾਉਂਦੀ ਆ ਸਾਰੇ ਐਮਪੀਆਂ ਦੇ, ਉਸ ਕਮੇਟੀ ਦਾ ਮੈਂ ਚੇਅਰਮੈਨ। ਮਤਲਬ ਇੱਕੋ ਬੰਦਾ ਹੁੰਦਾ ਜਿਹਦੀ ਸਾਰੀ ਹਰ ਪੂਰੇ ਦੇ ਪੂਰੇ ਸੈਸ਼ਨ ਲਈ ਜਾਂ ਤਾਂ ਲੀਵ ਆਈ ਹੁੰਦੀ ਆ ਜਾਂ ਗੈਰ ਹਾਜ਼ਰੀ ਹੁੰਦੀ ਆ, ਉਹ ਸਨੀ ਦਿਓਲ ਆ। ਹੁਣ ਆਪਾਂ ਸੋਨੂੰ ਸੂਦ ਦੀ ਸਿਸਟਰ ਦੀ ਗੱਲ ਕਰ ਲਈਏ। ਇੱਕ ਦਿਨ ਫੋਟੋ ਕਿਹਦੇ ਨਾਲ ਆਈ? ਚੰਨੀ ਸਾਹਿਬ ਨਾਲ। ਦੂਜੇ ਦਿਨ ਕਿਹਦੇ ਨਾਲ ਆਈ? ਕੇਜਰੀਵਾਲ ਸਾਹਿਬ ਨਾਲ। ਤੀਜੇ ਦਿਨ ਕਿਹਦੇ ਨਾਲ ਆਈ? ਆਪਣੇ ਸੁਖਬੀਰ ਬਾਦਲ ਨਾਲ। ਇਹ ਗੱਲਾਂ ਸੋਚਣੀਆਂ ਚਾਹੀਦੀਆਂ ਪਾਰਟੀਆਂ ਨੂੰ, ਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ। ਜਦੋਂ ਇਹੋ ਜਿਹੇ ਲੋਕ, ਜੇ ਕੋਈ ਪਾਰਟੀ ਟਿਕਟ ਦਿੰਦੀ ਆ, ਲੋਕ ਉਹਨਾਂ ਨੂੰ ਚਿਹਰਾ ਦੇਖ ਕੇ ਵੋਟ ਨਾ ਪਾਉਣ। ਲੋਕ ਇਹ ਦੇਖਣ ਵੀ ਕੱਲ ਨੂੰ ਉਰੇ ਆਊਗਾ ਵੀ, ਜਾਂ ਆਪਣੀ ਫਿਲਮ ਇੰਡਸਟਰੀ 'ਚ ਕੰਮ ਕਰਦਾ ਰਹੂਗਾ। ਉਹ ਸਮਾਜ ਸੇਵਾ ਜੀ ਕਰਦੇ ਆ ਥੋੜੇ ਦਿਨ, ਉਹਨਾਂ ਦਾ ਕੰਮ ਹੁੰਦਾ ਸਕਰੀਨ ਤੇ ਚਮਕਣਾ, ਸਕਰੀਨ ਤੇ ਉਹਨਾਂ ਨੂੰ ਚਮਕਾਉਣਾ ਆਉਂਦਾ ਵੀ ਹੁੰਦਾ। ਰਵਨੀਤ ਬਿੱਟੂ ਹੋਵੇ, ਚਾਹੇ ਚਰਨਜੀਤ ਚੰਨੀ ਜੀ ਹੋਣ, ਚਾਹੇ ਕੋਈ ਸਿੱਧੂ ਸਾਹਿਬ ਹੋਣ, ਇਹ ਕਾਂਗਰਸ ਪਾਰਟੀ ਹੈ, ਕਿਸੇ ਨੂੰ ਇਹ ਟਿਕਟ ਨਹੀਂ ਮਿਲਣੀ। ਇਹ ਜਿਹੜਾ ਕਹਿ ਰਿਹਾ ਉਹ ਵੀ ਗਲਤ ਕਹਿ ਰਿਹਾ, ਜਿਹੜਾ ਇਸ ਗੱਲ ਨੂੰ ਮੰਨ ਰਿਹਾ ਉਹ ਵੀ ਗਲਤ ਫਹਿਮੀ 'ਚ, ਭੁਲੇਖੇ 'ਚ। ਜਿਹੜਾ ਸੀਐਮ ਤਾਂ ਚਲੋ ਜਿਹੜਾ ਪਾਰਟੀ ਦਾ ਕਿਸੇ ਦਾ ਵੀ ਪ੍ਰੈਜ਼ੀਡੈਂਟ ਆ ਸਟੇਟ ਦਾ, ਉਹਨੂੰ ਉਹ ਅਥਾਰਟੀ ਕਿਹਦੀ ਆ ਬਣਾਉਣ ਦੀ? ਸਾਡੇ 'ਚ ਅਥਾਰਟੀ ਕਿਹਦੀ ਆ? ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਸਾਈਨ ਹੁੰਦੇ ਆ। ਹਾਈਕਮਾਂਡ ਨੂੰ ਚੈਲੰਜ ਕਰ ਦਿੱਤਾ ਉਹਨਾਂ ਨੇ, ਕਿਹਾ ਵੀ ਐਤਕੀ ਮੁੱਖ ਮੰਤਰੀ ਹਾਈਕਮਾਂਡ ਨੇ ਲਾਉਣਾ ਹੀ ਨਹੀਂ, ਲੋਕ ਲਾਉਣਗੇ। ਰੁੱਝੇ ਹੋਏ, ਕੁੜੇ ਹੋਏ ਉਹ ਸਿਆਸਤ 'ਚ, ਜਿਹੜੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਚੀਜ਼ ਆ। ਜਿਹੜੇ ਬੰਦੇ ਕਈ ਵਾਰ ਪ੍ਰੋਫੈਸ਼ਨ ਜਿਹੜਾ ਉਹਨਾਂ ਦਾ ਦੂਜਾ ਪਹਿਲਾਂ ਰਿਹਾ ਹੁੰਦਾ, ਉਹ ਉਸ ਲਹਿਰ 'ਚ ਹੀ ਗੱਲ ਕਰ ਜਾਂਦੇ ਆ, ਪਰ ਬਾਅਦ 'ਚ ਉਹਨਾਂ ਨੂੰ ਵੀ ਪਤਾ ਲੱਗਦਾ, ਫਿਰ ਮੁੜਨਾ ਪੈਂਦਾ ਗੱਲ ਤੋਂ। ਉਹਦਾ ਕੀ ਫਾਇਦਾ? ਚੰਨੀਓ ਆ ਜਿਹੜਾ ਪਰਚਾ ਕਰਕੇ ਭਗੌੜਾ ਹੋ ਗਿਆ, ਮਜੀਠੀਆ 20 ਦਿਨ ਲੱਭਿਆ ਹੀ ਨਹੀਂ ਵੀ ਕਿਹੜੀ ਖੱਡ 'ਚ ਲੁਕਿਆ। ਕਹਿੰਦੇ ਬੜਾ ਆਰਾਮ ਕਰ ਰਿਹਾ ਸੀ। ਸੱਚੀ ਗੱਲ ਪੁੱਛੇ ਤਾਂ ਪਸੀਨੇ, ਮਤਲਬ ਹੁਣ ਕੀ ਕਹੀ। ਜੇ ਚਰਨਜੀਤ ਚੰਨੀ ਸੀਐਮ ਨਹੀਂ ਬਣਦੇ ਤਾਂ ਤੁਹਾਨੂੰ ਲੱਗਦਾ ਵੀ ਜਿਹੜੇ ਦਲਿਤ ਭਾਈਚਾਰਾ ਇੱਕ ਖੁਸ਼ ਹੋਇਆ ਸੀ ਉਦੋਂ, ਤੇ ਉਹਨਾਂ ਨੂੰ ਕਰਕੇ ਵੋਟਾਂ ਪੈ ਰਹੀਆਂ ਕਾਂਗਰਸ ਨੂੰ, ਨਾਰਾਜ਼ ਹੋਊਗਾ? ਇਹ ਸਮਝੋ ਸਾਡਾ ਧੋਖਾ ਹੋਇਆ। ਤੇ ਚੰਨੀ ਸਾਹਿਬ ਕਿਉਂ ਨਹੀਂ ਬਣ ਸਕਦੇ ਸੀਐਮ? ਜੋ ਉਹਨਾਂ ਨੇ ਕੰਮ ਕਰਕੇ ਦਿਖਾਏ, ਜੋ ਉਹਨਾਂ ਨੇ 111 ਦਿਨਾਂ 'ਚ ਕੰਮ ਕੀਤੇ ਆਪਣੇ, ਤੇ ਸਭ ਤੋਂ ਅੱਜ ਤਾਂ ਉਹ ਬੈਸਟ ਸੀਐਮ ਸਾਬਤ ਹੋਏ ਨੇ। ਚੰਨੀ ਦੇ ਨਾਂ ਤੇ ਸਰਕਾਰ ਬਣੇਗੀ, ਚੰਨੀ ਦੇ ਕੰਮਾਂ ਤੇ ਜਿਹੜੇ ਕੰਮ ਨੇ ਕੀਤੇ ਉਸ ਨੇ ਸਰਕਾਰ ਬਣੇਗੀ। ਪਰ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਇਹ ਕਮੀ ਕਿਉਂ ਰਹੀ ਆ, ਇਹ ਇਸ ਕਰਕੇ ਰਹੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕਦਮ ਚੀਫ ਮਿਨਿਸਟਰ ਸੀ, ਕਦਾਵਰ ਲੀਡਰ ਸੀ ਕਾਂਗਰਸ ਦਾ, ਸਾਰਾ ਕੁਝ ਉਹ ਸਾਂਭੀ ਬੈਠੇ ਸੀ।
ਚੋਣਾਂ ਸਿਰ ਤੇ ਨੇ ਪਰ ਕਾਂਗਰਸ ਪਾਰਟੀ ਹਜੇ ਵੀ ਇਕਸੁਰ ਨਹੀਂ ਲੱਗ ਰਹੀ। ਚਾਹੇ ਕਿਸੇ ਕਲਾਕਾਰ ਦੀ ਜੁਆਇਨਿੰਗ ਹੋ ਜੇ ਉਦੋਂ ਰੌਲਾ ਪੈ ਜਾਂਦਾ ਹੈ, ਚਾਹੇ ਕੋਈ ਪਾਰਟੀ ਦਾ ਵੱਡਾ ਲੀਡਰ ਪ੍ਰੈਸ ਕਾਨਫਰੰਸ ਕਰਕੇ ਆਪਣਾ ਮਾਡਲ ਦੱਸ ਦੇ ਉਦੋਂ ਰੌਲਾ ਪੈ ਜਾਂਦਾ ਹੈ, ਜਾਂ ਕੋਈ ਹੋਰ ਮੁੱਦਾ ਛਿੜ ਜਾਂਦਾ ਜਿਸ ਨਾਲ ਪਾਰਟੀ ਦੇ ਅੰਦਰ ਜਿਹੜਾ ਘਮਾਸਾਨ ਮੱਚਿਆ ਹੋਇਆ ਉਹ ਸਾਹਮਣੇ ਆ ਜਾਂਦਾ ਹੈ। ਸਾਡੇ ਨਾਲ ਨੇ MP ਰਵਨੀਤ ਬਿੱਟੂ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਾਰਟੀ ਦੇ ਮਸਲਿਆਂ ਨੂੰ ਲੈ ਕੇ, ਪੰਜਾਬ ਦੀ ਸਿਆਸਤ ਨੂੰ ਲੈ ਕੇ। ਬਿੱਟੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ TV ਤੇ। ਧੰਨਵਾਦ। ਤੁਸੀਂ ਠੰਡ 'ਚ ਅੱਜ ਤੇ ਕੋਵਿਡ ਦੇ ਮੌਕੇ ਵੀ ਆਪਣਾ ਫਰਜ਼ ਨਿਭਾ ਰਹੇ ਹੋ, ਤੁਹਾਡਾ ਧੰਨਵਾਦ। ਅੱਜ ਬਿੱਟੂ ਸਾਹਿਬ ਚੋਣਾਂ ਨੇੜੇ ਆ ਗਈਆਂ ਨੇ, ਵੋਟਾਂ ਨੇੜੇ ਆ ਗਈਆਂ ਨੇ, ਪਾਰਟੀ ਹਜੇ ਵੀ ਇੱਕ ਸੁਰ ਨਹੀਂ ਲੱਗ ਰਹੀ। ਜਿਵੇਂ ਮੈਂ ਕਿਹਾ ਹੈਗਾ, ਕੋਈ ਕਲਾਕਾਰ ਦੀ ਜੁਆਇਨਿੰਗ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਪੁਰਾਣੇ ਕਾਂਗਰਸੀ ਆ ਉਹ ਰੁੱਸ ਜਾਂਦੇ ਨੇ, ਇੱਕ ਪ੍ਰਧਾਨ ਆਪਣਾ ਮਾਡਲ ਪੇਸ਼ ਕਰ ਦਿੰਦਾ ਹੈ, ਫਿਰ ਉਹਦੇ ਉੱਤੇ ਤੁਸੀਂ ਵੀ ਤਲਖ ਟਿੱਪਣੀਆਂ ਕਰਦੇ ਹੋ, ਟਵਿੱਟਰ ਤੇ ਬੜੇ ਐਕਟਿਵ ਹੋ ਅੱਜ ਕੱਲ੍ਹ, ਤੁਸੀਂ ਕਹਿਣਾ ਚਾਹੋਗੇ? ਮੈਂ ਇਹ ਮੰਨਦਾ ਜਿਹੜੇ ਵੱਡੇ ਪਰਿਵਾਰ ਜਦੋਂ ਹੁੰਦੇ ਆ ਤੇ ਇਹ ਭਾਂਡੇ ਖੜਕਦੇ ਹੀ ਆ, ਇਹ 'ਚ ਕੋਈ ਵੀ ਸ਼ੱਕ ਨਹੀਂ। ਜੇ ਮੈਂ ਇਹ ਕਹਾਂਗਾ ਵੀ ਇਹ ਗੱਲ ਨਹੀਂ ਹੁੰਦੀ, ਇਹ ਤਾਂ ਹੁੰਦੀ ਆ। ਇਸ ਕਰਕੇ ਪਰ ਹੁਣ ਜ਼ਮਾਨਾ ਬਦਲ ਗਿਆ, ਕਿਉਂਕਿ ਆ ਫੇਸਬੁੱਕ ਟਵਿੱਟਰ ਤੇ ਹਰ ਮੀਡੀਆ ਦੇ ਚੈਨਲ ਫਿਰਦੇ ਆ, ਉਹ ਗੱਲ ਸਾਰੀ ਮੂਹਰੇ ਆ ਜਾਂਦੀ ਆ। ਅੱਗੇ ਵੀ ਐਂ ਰੁੱਸਦੇ ਸੀ, ਐਂ ਗੱਲਾਂ ਹੁੰਦੀਆਂ ਸੀ, ਮੀਟਿੰਗਾਂ ਦੇ ਵਿੱਚ ਤਲਖੀਆਂ ਹੁੰਦੀਆਂ ਸੀ, ਪਰ ਕੋਈ ਰਿਕਾਰਡਿੰਗ ਨਹੀਂ ਹੁੰਦੀ ਸੀ, ਕੋਈ ਇੱਕਦਮ ਬਾਹਰ ਆ ਕੇ ਕੋਈ ਕੈਮਰੇ ਵਾਲਾ ਨਹੀਂ ਖੜਾ ਹੁੰਦਾ ਸੀ। ਹੁਣ ਉਹ ਗੱਲਾਂ ਚੱਲ ਪਈਆਂ। ਇਸ ਕਰਕੇ ਹੁਣ ਜੇ ਮੈਂ ਇਹ ਗੱਲ ਕਰਾਂ ਵੀ ਸਿੱਧੂ ਮੂਸੇਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ, ਉਹ ਕੁਦਰਤੀ ਗੱਲ ਆ। ਜਿਵੇਂ ਸੋਨੂ ਸੂਦ ਦੇ ਸਿਸਟਰ ਜੁਆਇਨ ਕੀਤੀ, ਕੁਦਰਤੀ ਗੱਲ ਆ। ਇਹ ਇੱਕ ਵਾਰ ਥੋੜ੍ਹਾ ਜਿਹਾ ਕਈ ਵਾਰ ਕੀ ਹੁੰਦਾ, ਜੇ ਉਹਨੂੰ ਪਹਿਲਾਂ ਘਰੇ ਬਹਿ ਕੇ ਗੱਲ ਕਰ ਲਓ ਤੇ ਪਰ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਇਹ ਕਮੀ ਕਿਉਂ ਰਹੀ ਆ, ਇਹ ਇਸ ਕਰਕੇ ਰਹੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕਦਮ ਚੀਫ ਮਿਨਿਸਟਰ ਸੀ, ਕਦਾਵਰ ਲੀਡਰ ਸੀ ਕਾਂਗਰਸ ਦਾ, ਸਾਰਾ ਕੁਝ ਉਹ ਸਾਂਭੀ ਬੈਠੇ ਸੀ। ਉਦੋਂ ਬਾਅਦ ਸਾਰਾ ਕੁਝ ਸਿਸਟਮ ਇੱਕਦਮ ਨਵਾਂ ਲਿਆਉਣਾ ਪਿਆ ਕਿਉਂਕਿ ਉਹਨਾਂ ਨੇ ਕੀਤਾ ਕੁਝ ਨਹੀਂ, ਤੇ ਉਹਦੇ ਕਰਕੇ ਜਿਹੜੀਆਂ ਜ਼ਿੰਮੇਵਾਰੀਆਂ ਏ ਉਹਦੇ ਵਿੱਚ ਥੋੜ੍ਹੀ ਬਹੁਤੀ ਕਮੀ ਆ ਜਿਹੜੀ ਉਹ ਮੈਂ ਮੰਨਦਾ ਰਹੀ ਆ, ਕਿਉਂਕਿ ਇੱਕਦਮ ਚੀਫ ਮਿਨਿਸਟਰੀ ਸਾਂਭਣੀ, ਇਹ ਸਿਲੈਕਸ਼ਨ ਜਮਾ ਮੋੜ ਤੇ ਆਉਣੀ, ਪ੍ਰਧਾਨਗੀ ਸਾਂਭਣੀ, ਤੇ ਇਹ ਸਾਰੀਆਂ ਗੱਲਾਂ ਹੈ ਜਿਹੜੀਆਂ ਇਹਦੇ ਕਰਕੇ ਥੋੜ੍ਹੀ ਕੋਈ ਨਾ ਕੋਈ ਜਿਹੜੀ ਕਮੀ ਆ ਉਹ ਰਹਿ ਜਾਂਦੀ ਆ, ਪਰ ਉਦੋਂ ਬਾਅਦ ਉਹ ਠੀਕ ਹੋ ਜਾਂਦੀ ਆ। ਹੁਣ ਤੁਹਾਨੂੰ ਪਤਾ ਮੂਸੇਵਾਲ ਸਾਹਿਬ ਉੱਥੇ ਹੀ ਕੰਪੇਨ ਕਰ ਰਹੇ ਆ, ਉਦੋਂ ਬਾਅਦ MLA ਸਾਹਿਬ ਨਾਲ ਵੀ ਦੁਬਾਰਾ ਗੱਲ ਜਿਹੜੀ ਆ ਮੋਗੇ ਵਾਲਿਆਂ ਨਾਲ ਹੋ ਗਈ, ਹਰਜੋਤ ਕਮਲ ਹੋਣਾ ਨਾਲ ਹੋ ਗਈ, ਪਰ ਉਹ ਗੱਲ ਇੰਨੀ ਆ ਸਿਰਫ ਕਿਉਂਕਿ ਬੋਝ ਇੱਕਦਮ ਟਾਈਮ ਥੋੜ੍ਹਾ ਸੀ, ਕੰਮ ਜ਼ਿਆਦਾ ਸੀ, ਜਿਹਦੇ ਕਰਕੇ ਇਹ ਗੱਲਾਂ ਹੋਈਆਂ। ਤੇ ਦੂਜੀ ਗੱਲ ਮੈਂ ਇਹ ਗੱਲ ਤੁਹਾਡੇ ਨਾਲ ਸਹਿਮਤ ਹਾਂ ਵੀ ਜੇ CM ਤੇ ਪ੍ਰਧਾਨ, ਕਿਉਂਕਿ CM ਆਪਣੇ ਕੰਮਾਂ 'ਚ ਉਦੋਂ ਲੱਗੇ ਸੀ, 100 ਦਿਨ ਮਸਾ ਸੀਗਾ, ਪਰ ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਸਰਕਾਰ ਵਾਲਾ ਕੰਮ ਵਿਹਲਾ ਹੋ ਗਿਆ, ਤੇ ਹੁਣ ਅੱਗੇ ਤੋਂ ਪ੍ਰਧਾਨ ਤੇ CM ਸਿੱਧੂ ਸਾਹਿਬ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹਨਾਂ ਕੋਲ ਟਾਈਮ ਵੀ ਹੁਣ ਜ਼ਿਆਦਾ ਹੈਗਾ। ਪਹਿਲਾਂ ਤਾਂ ਕੈਬਨਿਟ ਮੀਟਿੰਗਾਂ 'ਚ ਸਾਰਾ ਦਿਨੇ ਉਹ ਕੰਮ ਫਿਰਦੇ ਸੀ ਲੋਕਾਂ 'ਚ ਵੀ ਲੋਕਾਂ ਦੀਆਂ ਕੀ ਅਧੂਰੇ ਰਹਿ ਗਏ ਕੰਮ, ਰਾਤ ਨੂੰ ਕੈਬਨਿਟ ਮੀਟਿੰਗਾਂ ਕਰਦੇ ਸੀ, ਤੇ ਉਦੋਂ ਬਾਅਦ ਰਾਤ ਨੂੰ ਫਾਈਲਾਂ ਤਿਆਰ ਕਰਦੇ ਸੀ, ਉਹ ਤਾਂ ਸੁੱਤੇ ਹੀ ਨਹੀਂ ਗਏ। ਪਰ ਹੁਣ ਸਾਰਿਆਂ ਕੋਲ ਟਾਈਮ ਆ, ਅੰਦਰ ਬਹਿ ਕੇ ਤੁਸੀਂ ਦੇਖੋਗੇ ਅਗਲੀ ਅੱਜ ਕੁਛ ਟਿਕਟਾਂ ਦੀ ਜਿਹੜੀ ਆ ਜਿਨ੍ਹਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਗਾ, ਕਿਸੇ ਨੇ ਟਿਕਟ ਕਿਸੇ ਕੋਈ ਕੈਂਡੀਡੇਟ ਹੀ ਨਹੀਂ ਗਾ ਦੂਜਾ, ਉਹ ਅੱਜ ਲਿਸਟ ਆ ਜਿਹੜੀ ਤਕਰੀਬਨ ਤਿਆਰ ਹੋ ਜਾਏਗੀ। ਬਿੱਟੂ ਸਾਹਿਬ ਜਿਹੜਾ ਇੱਕ ਗੱਲ ਸਾਹਮਣੇ ਆ ਰਹੀ ਹੈ, ਜਦੋਂ ਕਲਾਕਾਰਾਂ ਨੂੰ ਜਿਵੇਂ ਪ੍ਰਧਾਨ ਜਾਂਦਾ ਹੈ, CM ਵੀ ਜਾ ਰਹੇ ਨੇ, ਨਵੇਂ ਬੰਦਿਆਂ ਨੂੰ ਜੁਆਇਨ ਕਰਵਾ ਰਹੇ ਆ, ਜਿਹੜੇ ਪੁਰਾਣੇ ਟਕਸਾਲੀ ਕਾਂਗਰਸੀ ਨੇ, ਵਰਕਰ ਨੇ, ਉਹ ਕਹਿੰਦੇ ਅਸੀਂ ਤਾਂ ਸਾਨੂੰ ਤਾਂ ਮੌਕਾ ਨਹੀਂ ਮਿਲਦਾ, ਇਹ ਲੋਕਾਂ ਨੂੰ ਭੱਜ ਜਾ ਕੇ ਪ੍ਰਧਾਨ ਵੀ ਮਿਲ ਰਿਹਾ, CM ਵੀ ਮਿਲ ਰਿਹਾ, ਤਾਂ ਫਿਰ ਅਸੀਂ ਇੰਨੇ ਚਿਰ ਤੋਂ ਜਿਹੜੀ ਕਾਂਗਰਸ ਪਾਰਟੀ ਵਾਸਤੇ ਕੰਮ ਕਰਦੇ ਰਹੇ, ਚੋਲਾ ਚੱਕੀ ਉਹ ਕਰਦੇ ਰਹੇ, ਉਹ ਬੜੀ ਨਾਰਾਜ਼ਗੀ ਆ ਰਹੀ ਸਾਨੂੰ। ਨਾਰਾਜ਼ਗੀ ਨਹੀਂ, ਪਰ ਇਹ ਗੱਲਾਂ ਜਿਹੜੀਆਂ ਅੱਜ ਕੱਲ੍ਹ ਇਹ ਪਾਰਟੀਆਂ ਹਰ ਚੀਜ਼ ਇੱਕ ਇਹ ਰੁਝਾਨ ਜਿਹਾ ਚੱਲ ਪਿਆ ਵੀ ਕੋਈ ਜਿਹੜਾ ਇਹ ਕੋਈ ਵੱਡਾ ਕੋਈ ਵੀ ਪਰਸਨੈਲਿਟੀ ਉਹ ਲੈ ਆਓ, ਉਹ ਜ਼ਰੂਰੀ ਥੋੜ੍ਹੀ ਆ। ਹੁਣ ਸਨੀ ਦਿਓਲ ਕਿੱਡਾ ਵੱਡਾ ਕਹਿੰਦਾ ਸੀ ਮੌਕਾ ਮਾਰਾਂ ਪਤਾ ਨਹੀਂ ਕੀ ਮੈਂ ਕਰ ਦਿੰਦਾ ਏ, 2.5 ਕਿਲੋ ਦਾ ਹੱਥ ਆ, ਉਹ 2.5 ਕਿਲੋ ਦਾ ਛੱਡੋ, ਮਤਲਬ ਜੋ ਉਹਨੇ ਜਲੂਸ ਕੱਢਤਾ ਧਰਮਿੰਦਰ ਦਾ ਵੀ ਉਹਨੇ ਸਾਰੀ ਉਮਰ ਦੀ ਕੀਤੀ ਕਰਾਈ ਮਿੱਟੀ ਕਰਾਤੀ। ਲੋਕਾਂ ਨੇ ਜਾਖੜ ਸਾਹਿਬ ਨੂੰ ਮਤਲਬ ਉਹਦੇ ਬਦਲੇ ਜਿਤਾਤਾ, ਤੇ ਨਾ ਉਹ ਮੈਂ ਉੱਥੇ ਐਬਸੈਂਸ ਕਮੇਟੀ ਆ ਜਿਹੜੀ ਹਾਜ਼ਰੀਆਂ ਲਾਉਂਦੀ ਆ ਸਾਰੇ MPਆਂ ਦੇ, ਉਸ ਕਮੇਟੀ ਦਾ ਮੈਂ ਚੇਅਰਮੈਨ ਆ। ਮਤਲਬ ਇੱਕੋ ਬੰਦਾ ਹੁੰਦਾ ਜਿਹਦੀ ਸਾਰੀ ਹਰ ਪੂਰੇ ਦੇ ਪੂਰੇ ਸੈਸ਼ਨ ਲਈ ਜਾਂ ਤਾਂ ਲੀਵ ਆਈ ਹੁੰਦੀ ਆ ਜਾਂ ਗੈਰ ਹਾਜ਼ਰੀ ਹੁੰਦੀ ਆ, ਉਹ ਸਨੀ ਦਿਓਲ ਆ। ਇਸ ਕਰਕੇ ਉਹ ਉਸ ਕੰਮ ਦੇ ਵਿੱਚ ਵੀ ਪਾਰਟੀਆਂ ਨੂੰ ਨਹੀਂ ਪੈਣਾ ਚਾਹੀਦਾ। ਮੇਰੀ ਤਾਂ ਮੈਨੂੰ ਜਦੋਂ ਕੋਈ ਪੁੱਛਦਾ ਏ, ਕਿਉਂਕਿ ਜਿੰਨਾ ਕਿ ਮੇਰੀ ਇੱਕ ਵਰਕਰ ਦੇ ਤੌਰ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਯਾਰ। ਫਿਰ ਕਾਂਗਰਸ ਜਿਹੜੇ 4-4 ਪੀੜ੍ਹੀਆਂ ਲਾ ਲਈਆਂ, ਜਿਨ੍ਹਾਂ ਨੇ ਅੱਤਵਾਦ ਵੇਲੇ ਲੋਕ ਮਰਵਾ ਲਏ, ਆਜ਼ਾਦੀ ਗੁਲਾਟੀਏ ਪਰਿਵਾਰ ਪਏ ਆ, ਕਾਂਗਰਸ ਤੇ ਚਿੱਟੀ ਖੱਦਰ ਪਾ ਉਹਨਾਂ ਨੇ ਆਪਣੇ ਮਤਲਬ ਸਰੀਰ ਛਿੱਲ ਲਏ, ਤੇ ਜਦੋਂ ਇਹੋ ਜਿਹੀ ਗੱਲ ਆਉਂਦੀ ਆ ਤੇ ਫਿਰ ਪਰ ਉਹ ਕੀ ਆ ਕਿ ਅਗਲਾ ਦੇਖਦਾ ਨਹੀਂ ਜੀ। ਹੁਣ ਆਪਾਂ ਸੋਨੂੰ ਸੂਦ ਦੀ ਸਿਸਟਰ ਦੀ ਗੱਲ ਕਰ ਲਈਏ, ਇੱਕ ਦਿਨ ਫੋਟੋ ਕਿਹਦੇ ਨਾਲ ਆਈ,
ਚੰਨੀ ਸਾਹਿਬ ਨਾਲ, ਦੂਜੇ ਦਿਨ ਕਿਹਦੇ ਨਾਲ ਆਈ ਕੇਜਰੀਵਾਲ ਸਾਹਿਬ ਨਾਲ, ਤੀਜੇ ਨਾਲ ਕਿਹਦੇ ਨਾਲ ਆਈ ਆਪਣੇ ਸੁਖਬੀਰ ਬਾਦਲ ਨਾਲ। ਇਹ ਗੱਲਾਂ ਸੋਚਣੀਆਂ ਚਾਹੀਦੀਆਂ ਪਾਰਟੀਆਂ ਨੂੰ, ਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ। ਜਦੋਂ ਇਹੋ ਜਿਹੇ ਲੋਕ ਜੇ ਕੋਈ ਪਾਰਟੀ ਟਿਕਟ ਦਿੰਦੀ ਆ, ਲੋਕ ਉਹਨਾਂ ਨੂੰ ਚਿਹਰਾ ਦੇਖ ਕੇ ਵੋਟ ਨਾ ਪਾਉਣ। ਲੋਕ ਇਹ ਦੇਖਣ ਵੀ ਕੱਲ੍ਹ ਨੂੰ ਉਰੇ ਆਊਗਾ ਵੀ ਜਾਂ ਆਪਣੀ ਫਿਲਮ ਇੰਡਸਟਰੀ 'ਚ ਕੰਮ ਕਰਦਾ ਰਹੂਗਾ। ਉਹ ਸਮਾਜ ਸੇਵਾ ਜੀ ਕਰਦੇ ਆ ਥੋੜ੍ਹੇ ਦਿਨ, ਉਹਨਾਂ ਦਾ ਕੰਮ ਹੁੰਦਾ ਸਕਰੀਨ 'ਤੇ ਚਮਕਣਾ, ਸਕਰੀਨ 'ਤੇ ਉਹਨਾਂ ਨੂੰ ਚਮਕਾਉਣਾ ਆਉਂਦਾ ਵੀ ਹੁੰਦਾ, ਅਤੇ ਮੀਡੀਆ ਵੀ ਚੱਕ ਦਿੰਦਾ ਉਹਨਾਂ ਨੂੰ। ਅਤੇ ਇਸ ਕਰਕੇ ਕਈ ਗੱਲਾਂ ਹੈ ਜਿਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ। ਇਹ ਸਕਰੀਨਿੰਗ ਕਮੇਟੀ ਦਾ ਫਿਰ ਕੀ ਪਰਪਸ ਰਹਿ ਗਿਆ ਜੇ ਟਿਕਟਾਂ ਹੀ ਜਾ ਕੇ ਜਦੋਂ ਜੁਆਇਨਿੰਗ ਹੋ ਰਹੀ ਆ ਉਦੋਂ ਹੀ ਅਨਾਉਂਸ ਹੋ ਜਾਂਦੀਆਂ ਨੇ? ਇਹ ਕਿਸੇ ਦੀ ਕੋਈ ਕਾਂਗਰਸ ਪਾਰਟੀ ਆ, ਚਾਹੇ ਰਵਨੀਤ ਬਿੱਟੂ ਹੋਵੇ, ਚਾਹੇ ਚਰਨਜੀਤ ਚੰਨੀ ਜੀ ਹੋਣ, ਚਾਹੇ ਕੋਈ ਸਿੱਧੂ ਸਾਹਿਬ ਹੋਣ, ਇਹ ਕਾਂਗਰਸ ਪਾਰਟੀ ਹੈ, ਕਿਸੇ ਨੂੰ ਇਹ ਟਿਕਟ ਨਹੀਂ ਮਿਲਣੀ। ਇਹ ਜਿਹੜਾ ਕਹਿ ਰਿਹਾ ਉਹ ਵੀ ਗਲਤ ਕਹਿ ਰਿਹਾ, ਜਿਹੜਾ ਇਸ ਗੱਲ ਨੂੰ ਮੰਨ ਰਿਹਾ ਉਹ ਵੀ ਗਲਤ ਫਹਿਮੀ 'ਚ, ਭੁਲੇਖੇ 'ਚ। ਟਿਕਟਾਂ ਤਾਂ ਅੱਜ ਫਾਈਨਲ ਹੋਣੀਆਂ ਹੈ ਜੀ। ਸ਼੍ਰੀਮਤੀ ਸੋਨੀਆ ਗਾਂਧੀ ਜੀ, ਯਾਰ ਇਹ ਕਈ ਵਾਰ ਲੋਕ ਨਾ, ਇੱਕ ਗੱਲ ਮੇਰੀ ਸਮਝੋ, ਜਿਹੜਾ ਸੀਐਮ ਤਾਂ ਚਲੋ ਜਿਹੜਾ ਪਾਰਟੀ ਦਾ ਕਿਸੇ ਦਾ ਵੀ ਪ੍ਰੈਜ਼ੀਡੈਂਟ ਆ ਸਟੇਟ ਦਾ, ਉਹਨੂੰ ਉਹ ਅਥਾਰਟੀ ਕਿਹਦੀ ਆ ਬਣਾਉਣ ਦੀ? ਸਾਡੇ 'ਚ ਅਥਾਰਟੀ ਕਿਹਦੀ ਆ? ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਸਾਈਨ ਹੁੰਦੇ ਆ ਉਸ ਅਥਾਰਟੀ 'ਤੇ, PCC ਪ੍ਰਧਾਨ ਬਣਨ 'ਤੇ। ਅਤੇ ਜਦੋਂ ਟਿਕਟ ਮਿਲਦੀ ਆ CEC ਸੈਂਟਰਲ ਇਲੈਕਸ਼ਨ ਕਮੇਟੀ, ਉਹਦੇ ਵਿੱਚ ਵੀ ਜਦੋਂ ਫਾਈਨਲ ਹੋਣੇ ਆ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਜਿਹੜੇ ਫੈਸਲੇ ਤੋਂ ਬਾਅਦ ਉਹ ਟਿਕਟਾਂ ਫਾਈਨਲ ਹੋਣੀਆਂ। ਜਨਰਲ ਸੈਕਟਰੀ ਆਰਗੇਨਾਈਜੇਸ਼ਨ ਨੇ ਇਹਨੂੰ ਦੇਖਣਾ, ਜਨਰਲ ਸੈਕਟਰੀ ਜਿਹੜੇ ਦੂਜੇ ਮੁਕਲ ਵਾਸਨਿਕ ਨੇ ਉਹਨਾਂ ਦੇ ਥੱਲੇ ਜਿਹੜੇ ਅਸਾਈਨ ਥੱਲੇ ਕੋਈ ਵੀ ਜਿਹੜੀ ਟਿਕਟ ਜਾਰੀ ਹੋਣਾ, ਉਹ ਮੁਕਲ ਵਾਸਨਿਕ ਜਿਹੜੇ ਜਨਰਲ ਸੈਕਟਰੀ ਆ ਉਹਨਾਂ ਦੇ ਲੈਟਰ ਹੈਡ 'ਤੇ ਜਾਰੀ ਹੋਣਾ। ਕੋਈ ਨਹੀਂ ਇਹ ਕਰ ਸਕਦਾ। ਇਹ ਨਵੇਂ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹੋ ਜਿਹੀਆਂ ਗੱਲਾਂ, ਉਹ ਕਰਦੇ ਰਹਿੰਦੇ ਆ। ਪਰ ਸਿੱਧੂ ਸਾਹਿਬ ਨੇ ਤਾਂ ਹਾਈ ਕਮਾਂਡ ਨੂੰ ਹੀ ਚੈਲੰਜ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਐਤਕੀ ਮੁੱਖ ਮੰਤਰੀ ਹਾਈ ਕਮਾਂਡ ਨੇ ਲਾਉਣਾ ਹੀ ਨਹੀਂ, ਲੋਕ ਲਾਉਣਗੇ। ਤੁਸੀਂ ਉਸ ਗੱਲ ਨੂੰ ਹੋਰ ਤਰੀਕੇ ਨਾਲ ਲੈ ਜਾਂਦੇ ਹੋ। ਮੈਂ ਤੁਹਾਨੂੰ ਇਹੀ ਕਿਹਾ ਵੀ ਜਿਹੜੇ ਇੱਕ ਤਾਂ ਹੁੰਦੇ ਆ ਰੁੱਝੇ ਹੋਏ, ਕੁੜੇ ਹੋਏ ਉਹ ਸਿਆਸਤ 'ਚ, ਜਿਹੜੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਚੀਜ਼ ਆ। ਜਿਹੜੇ ਬੰਦੇ ਕਈ ਵਾਰ ਪ੍ਰੋਫੈਸ਼ਨ ਜਿਹੜਾ ਉਹਨਾਂ ਦਾ ਦੂਜਾ ਪਹਿਲਾਂ ਰਿਹਾ ਹੁੰਦਾ, ਉਹ ਉਸ ਲਹਿਰ 'ਚ ਹੀ ਗੱਲ ਕਰ ਜਾਂਦੇ ਆ, ਪਰ ਬਾਅਦ 'ਚ ਉਹਨਾਂ ਨੂੰ ਵੀ ਪਤਾ ਲੱਗਦਾ ਫਿਰ ਮੁੜਨਾ ਪੈਂਦਾ ਗੱਲ ਤੋਂ। ਉਹਦਾ ਕੀ ਫਾਇਦਾ? ਗੱਲ ਹੀ ਓਨੀ ਕਰੋ ਨਾ ਜਦੋਂ ਤੁਹਾਡੇ ਕੋਲ ਤਾਕਤ ਆ ਜਿਹੜੀ ਉਹ ਸਵਾਲ ਪੁੱਛਣ ਦੀ ਆ। ਹੁਣ ਜਵਾਬ ਤਾਂ ਮੈਂ ਹੀ ਦਊਂਗਾ ਨਾ। ਜੇ ਹੁਣ ਮੈਂ ਸਵਾਲ ਨਹੀਂ ਪੁੱਛ ਸਕਦਾ, ਉਹ ਤਾਕਤ ਤੁਹਾਡੇ ਕੋਲ ਆ। ਅਤੇ ਇਸ ਕਰਕੇ ਜਿਹੜੀ ਚੀਜ਼ ਤੁਹਾਡੇ ਕੋਲ ਹੈ ਹੀ ਨਹੀਂ ਤਾਕਤ, ਜਾਂ ਤਾਂ ਮੈਨੂੰ ਦੱਸੋ ਨਵਜੋਤ ਸਿੱਧੂ ਜੀ ਜਾਂ ਚਰਨਜੀਤ ਚੰਨੀ ਜਾਂ ਰਵਨੀਤ ਬਿੱਟੂ ਮੇਰੇ ਟਿਕਟ ਕਹੇ ਤੇ ਉਹ ਟਿਕਟ ਮਿਲ ਜਾਣੀ ਆ, ਉਹਨੂੰ ਕੌਣ ਮੰਨੂਗਾ? ਹੁਣ ਤਾਂ ਇਲੈਕਸ਼ਨ ਕਮਿਸ਼ਨ 'ਚ ਜੇ ਮੈਂ ਭੇਜ ਦੇਣਾ ਤੁਹਾਡਾ ਨਾਂ ਤੇ ਦੇਖ ਕੇ ਵੀ ਕਾਂਗਰਸ ਦੀ ਟਿਕਟ ਤੁਹਾਨੂੰ ਦੇ ਦਿੱਤੀ, ਜਦੋਂ ਰਿਟਰਨਿੰਗ ਆਫੀਸਰ ਹੋਊਗਾ ਜਿਹੜਾ, ਉਹ ਦੇਖੂਗਾ ਭਾਈ ਸਿੰਬਲ ਦੇਣ ਵਾਲੀ ਤਾਕਤ ਕਿਹਦੇ ਕੋਲ ਆ, ਕਿੱਥੋਂ ਆਇਆ ਇਹ ਸਿੰਬਲ। ਅਤੇ ਪਹਿਲਾਂ ਸਿੰਬਲ ਤੁਸੀਂ ਦੇਣਾ ਹੈ, ਉਹ ਤਦ ਦੇ ਸਕੋਗੇ ਜੇ ਸੈਂਟਰਲ ਇਲੈਕਸ਼ਨ ਕਮੇਟੀ 'ਚ PCC ਪ੍ਰਧਾਨ ਕੋਲ ਉਹ ਲਿਸਟ ਪਹੁੰਚੂਗੀ, ਫਿਰ ਉਹ ਆਪਣੇ ਸਾਈਨਾਂ ਹੇਠ ਜਿਹੜੀ ਉਹ ਕੈਂਡੀਡੇਟ ਨੂੰ ਚਿੱਠੀ ਦੇਊਗਾ। ਇਹ ਦੇ ਹੀ ਨਹੀਂ ਸਕਦੇ, ਪਾਵਰ ਹੀ ਨਹੀਂ ਗੀ, ਫਿਰ ਗੱਲ ਕਰਨ ਦਾ ਉਹਦਾ ਕੀ ਮਤਲਬ ਆ? ਇਸ ਕਰਕੇ ਬੜੇ ਸਿਆਣਪ ਨਾਲ ਗੱਲ ਕਰਨੀ ਚਾਹੀਦੀ ਆ, ਬੜਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਆ। ਪੰਜਾਬ ਨੇ ਤਾਂ ਹਰ ਚੀਜ਼ ਦਾ ਫੈਸਲਾ ਕਰਨਾ, ਇਹ 'ਚ ਤਾਂ ਕੋਈ ਸ਼ੱਕ ਨਹੀਂ। ਪੰਜਾਬ ਦੇ ਤਾਂ ਹਰ ਪਾਰਟੀ ਦੇ ਕੈਂਡੀਡੇਟ ਦਾ ਫੈਸਲਾ ਉਹ ਤਾਂ ਲੋਕਾਂ ਨੇ ਕਰਨਾ। ਬਿੱਟੂ ਸਾਹਿਬ, ਕੇਜਰੀਵਾਲ ਦਾ ਤੀਜਾ ਚੌਥਾ ਗੇੜਾ ਹੁਣ ਪਿਛਲੇ ਦਿਨਾਂ 'ਚ ਹੀ ਹੋ ਗਿਆ ਗਾ, ਅੱਜ ਵੀ 2 ਦਿਨ ਰਹੇ ਆ, ਪਰ ਹਾਈ ਕਮਾਂਡ ਦੀ ਪ੍ਰੈਜ਼ੈਂਸ ਪੰਜਾਬ 'ਚ ਹਜੇ ਤੱਕ ਨਹੀਂ ਆਈ। ਭਾਵੇਂ ਇਲੈਕਸ਼ਨ ਕਮਿਸ਼ਨ ਨੇ ਰੋਕਾਂ ਲਾਈਆਂ, ਪਰ ਫਿਰ ਵੀ ਇੱਥੇ ਪ੍ਰੈਜ਼ੈਂਸ ਕੋਈ ਨਹੀਂ ਹੈਗੀ। ਅਸੀਂ ਇਲੈਕਸ਼ਨ ਕਿਤੇ ਬਾਹਰ ਵਾਲਿਆਂ ਦੇ ਸਿਰ ਤੇ ਥੋੜ੍ਹੀ ਲੜਦੇ ਆ। ਹਾਈ ਕਮਾਂਡ ਦਾ ਕੰਮ ਇਹ ਉਰੇ ਵੋਟਾਂ ਜਿਹੜੇ ਚਿਹਰੇ ਨੇ ਪੰਜਾਬ ਦੇ, ਉਹਨਾਂ ਦੇ ਨਾਂ 'ਤੇ ਪੈਣੀਆਂ। ਹਾਈ ਕਮਾਂਡ ਨੇ ਤਾਂ ਸਾਨੂੰ ਬਣਾ ਕੇ ਤੋਰਿਆ ਹੋਇਆ ਉਰੇ, ਅਸੀਂ ਹਾਈ ਕਮਾਂਡ ਦੇ ਹੀ ਹਾਂ। ਅਤੇ ਉੱਥੇ ਕੋਈ ਖਾਨਾ ਖਾਲੀ, ਉੱਥੇ ਕਿਸੇ, ਦੇਖੋ ਨਾ ਤੁਸੀਂ ਇੱਕ ਗੱਲ ਨੂੰ ਸਮਝੋ, ਕੇਜਰੀਵਾਲ ਤਾਂ ਇਹ ਦੇਖਣਾ ਚਾਹੁੰਦਾ ਵੀ ਜਿਹੜੇ ਮੇਰੇ ਆ ਸਿਰ ਸਿੱਟੇ ਮੂਹਰੇ ਗੁਲਾਮ ਖੜੇ ਆ, ਉਹ ਤਾਂ ਹਰ ਦੂਜੇ ਦਿਨ ਉਰੇ ਆਉਂਦਾ, ਆਪਣੇ ਦੇਖਦਾ ਵੀ ਮੇਰੇ ਕਿਤੇ ਕਿਸੇ ਨੇ ਛੇੜਖਾਨੀ ਤਾਂ ਨਹੀਂ ਕਰਤੀ ਮੇਰੇ ਬੋਰਡਾਂ ਦੀ। ਉਹ ਪ੍ਰਜਾਤੀ ਏਅਰਪੋਰਟ 'ਤੇ ਜਾਂ ਰੇਲਵੇ ਸਟੇਸ਼ਨ 'ਤੇ ਪਾਈ ਜਾਂਦੀ ਆ। ਤੁਸੀਂ ਮੈਨੂੰ ਇੱਕ ਗੱਲ ਯਾਰ ਪੁੱਛੋ, ਸਵਾਲ ਪੁੱਛਿਓ, ਜੇ ਕੇਜਰੀਵਾਲ ਪੰਜਾਬੀਅਤ ਦੀ ਗੱਲ ਕਰਦਾ, ਤੁਸੀਂ ਉਹਨੂੰ ਪੁੱਛੋ ਵੀ ਜਿਹੜਾ ਵੀ ਮਾੜਾ ਮੋਟਾ ਕੋਈ ਸਿਰ ਕੱਢਵਾਂ ਪੰਜਾਬੀ ਸੀ, ਗੱਲ ਸ਼ੁਰੂ ਕਰ ਲਓ। ਜਿਹੜੇ ਇਹਨਾਂ ਦੇ ਪ੍ਰਧਾਨ ਸੀ ਗੁਰਦਾਸਪੁਰ ਤੋਂ, ਮੈਂ ਨਾ ਛੋਟੇਪੁਰ ਸਾਹਿਬ, ਮਾੜੀ ਜੀ ਗੱਲ ਕੀਤੀ, ਉਹ ਕਰਮ ਮਾਰਿਆ ਸਿਰ ਵੱਢ ਕੇ। ਗੱਲ ਕਰੋ ਖਹਿਰਾ ਸਾਹਿਬ ਦੀ, ਅੱਜ ਜੇਲ੍ਹ 'ਚ ਨੇ, ਚੰਗੇ ਇਨਸਾਨ ਨੇ ਪੰਜਾਬੀ। ਮਾੜੀ ਜੀ CLP ਗੱਲ ਕੀਤੀ ਉਹਨਾਂ ਨੇ ਵੀ, ਮੈਂ ਪੰਜਾਬ ਦੀ ਗੱਲ ਮਾਰਿਆ ਸਿਰ। ਉਦੋਂ ਬਾਅਦ ਸਭ ਤੋਂ ਵੱਡਾ ਚਿਹਰਾ ਫੂਲਕਾ ਸਾਹਿਬ ਕਿੱਥੇ ਨੇ? ਉਹ ਮਾਰਿਆ ਸਿਰ ਵੱਢ ਕੇ ਪਾਰਟੀ 'ਚੋਂ। ਗਾਂਧੀ ਸਾਹਿਬ ਜਿਹੜੇ ਇੱਕ ਡਾਕਟਰ ਦਾ ਪ੍ਰੋਫੈਸ਼ਨ ਛੱਡ ਕੇ ਉਹ ਨੇਕ ਆਦਮੀ,
ਅੱਜ ਵੀ ਉਹਨਾਂ ਦੇ ਮੈਂ ਸੁਣਾ ਪਿੱਛੋਂ ਵੀ ਕੋਈ ਮੈਂ ਵੀ ਸਹੁੰ ਖਾ ਸਕਦਾ ਉਹਨਾਂ ਦੀ ਵੀ ਉਹ ਬੰਦਾ ਕਿਹੋ ਜਿਹਾ ਮੰਨਦਾ, ਉਹ ਮਾਰਿਆ ਕਲਮ ਕਰਕੇ। ਇਸ ਕਰਕੇ ਇਹ ਤਾਂ ਜਿਹੜੇ ਨਾਮਰਦ ਜਿਹੜੇ ਸਮਝ ਲਓ ਜਿਨ੍ਹਾਂ 'ਚ ਪੰਜਾਬੀਅਤ ਦੀ ਗੱਲ ਤਾਂ ਛੱਡੋ ਦੂਰ, ਉਹ ਆਪਣੀ ਗੱਲ ਨਹੀਂ ਕਰ ਸਕਦੇ, ਉਹ ਲੋਕ ਲਾਈਨ 'ਚ ਖੜੇ ਆ ਸਾਰੇ ਕੇਜਰੀਵਾਲ ਦੇ ਮੂਹਰੇ ਲੱਗੇ, ਤੇ ਕੇਜਰੀਵਾਲ ਆਉਂਦਾ ਉੱਤਰ ਕੋ ਆਪਣੀ ਗਰੰਟੀ ਦੇ ਕੇ, ਤੇਰੀ ਗਰੰਟੀ ਅਸੀਂ ਪੰਜਾਬੀ ਕਿਉਂ ਮੰਨਣ ਹੋਏ? ਤੁਸੀਂ ਸਤਿਕਾਰਯੋਗ ਹੋ, ਤੁਸੀਂ ਦੱਸੋ ਅੱਜ ਤੱਕ এনवायरमेंट ਦੀ ਗੱਲ ਤੁਸੀਂ ਸਾਡੇ ਕਿਸਾਨਾਂ ਨੂੰ ਮਾੜਾ ਕਹਿੰਦੇ ਰਹੇ ਹੋ ਅੱਜ ਤੱਕ ਵੀ ਮੇਰੇ ਦਿੱਲੀ 'ਚ ਪੋਲਿਊਸ਼ਨ ਕਰਦੇ ਆ। ਇਹ ਬੰਦੇ ਜਿੱਦਣ ਸ਼ੀਲਾ ਦੀਕਸ਼ਿਤ ਜੀ ਨੇ ਛੱਡਿਆ 10,000 ਕਰੋੜ ਰੁਪਈਆ ਸਰਪਲਸ ਸਟੇਟ ਸੀਗੀ, ਕਿਹੜਾ ਕਿਸਾਨ ਆ ਇੱਕ ਤਾਂ ਦੱਸੋ ਵੀ ਕਿਹੜਾ ਕਿਸਾਨ ਇਹਨਾਂ ਨੇ ਆਰਗੈਨਿਕ ਖੇਤੀ ਜਿਹੜੀ ਨੈਚੁਰਲ ਖੇਤੀ ਕਰਨ 'ਚ ਕਿਹੜਾ ਇਹ ਦੁਨੀਆ 'ਚ ਜਿਹਦਾ ਨਾਂ ਰੋਸ਼ਨ ਹੋ ਗਿਆ? ਕਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਉਹਨਾਂ ਨੂੰ ਤੁਹਾਡੇ ਤਾਂ ਕਿਸਾਨ ਹੀ ਮੁੱਠੀ ਭਰਨੇ, ਕਿਹਨਾਂ ਦੇ ਤੁਸੀਂ ਕਰਜ਼ੇ ਮਾਫ ਕਰਤੇ, ਕਿਹਨਾਂ ਨੂੰ ਤੁਸੀਂ ਕੀ ਕਰਕੇ ਦੇਤਾ? ਦੱਸੋ ਤਾਂ ਸਹੀ ਨਾ। ਅੱਜ ਤੱਕ ਸਿਰਫ ਬਾਦਲ ਦੀਆਂ ਬੱਸਾਂ ਅੱਜ ਤੱਕ ਕੋਈ ਜਵਾਬ ਨਹੀਂ, ਜਦੋਂ ਰਾਜਾ ਵੜਿੰਗ ਨੇ ਘੇਰਿਆ ਅੱਜ ਤੱਕ ਜਾਂਦੀਆਂ ਕਿ ਨਹੀਂ, ਕੀ ਕੀਤਾ ਉਹਦੇ ਖਾਤਰ? ਉਹ ਐਵੇਂ ਜੀ ਇੰਨੇ ਚਲਾਨ ਕੀਤੇ, ਉਹ ਸਾਰੇ ਹੀ ਚਲਾਨ ਗਿਣਤੇ ਜਿੰਨੀਆਂ ਟੋਟਲ ਬੱਸਾਂ ਰਾਜਸਥਾਨ ਤੋਂ ਆਉਂਦੀਆਂ, ਯੂਪੀ ਤੋਂ ਆਉਂਦੀਆਂ, ਅਸੀਂ ਇੰਨੇ ਚਲਾਨ ਕਰਤੇ। ਇਸ ਕਰਕੇ ਇਹ ਲੋਕ ਪਾਣੀ ਦੀ ਗੱਲ ਕਰ ਲਓ ਤੁਸੀਂ, ਇਹ ਅੱਜ ਤੱਕ ਇਹ ਗੱਲ ਸਾਡੇ ਪੰਜਾਬ ਦੀ ਕਰਦੇ ਆ। ਜੇ ਇਮਾਨਦਾਰੀ ਨਾਲ ਇਹਨਾਂ ਨੂੰ ਪੁੱਛੋ ਤਾਂ ਯਮਨਾ ਕਿੰਨੀ ਕੁ ਸਾਫ਼ ਕਰ ਲਈ, ਯਮਨਾ ਕਿੰਨੀ ਕੁ ਸਾਫ਼ ਕਰ ਲਈ, ਉਹ ਇਹਨਾਂ ਨੂੰ ਪੁੱਛੋ ਜਰਾ। ਤੇ ਦੂਜੀ ਗੱਲ ਇਹ ਕਰਦੇ ਆ, ਸਭ ਤੋਂ ਜਿਹੜੀ ਗੱਲ ਆ, ਇਹ ਹਫਤਾ ਹੋਇਆ ਪਿਛਲਾ ਇਹਨਾਂ ਦੇ, ਮੈਂ ਹੈਰਾਨ ਹੋ ਗਿਆ ਜਿਹੜੇ ਦਿੱਲੀ ਦੇ ਅੰਡਰ ਪੈਂਦੇ ਆ ਜਿਹੜੇ ਕਾਲਜ, 12 ਕਾਲਜ ਦੇ ਪ੍ਰੋਫੈਸਰਾਂ ਨੇ ਮੈਨੂੰ ਉਸ ਐਜੀਟੇਸ਼ਨ 'ਚ ਬੁਲਾਇਆ। 12 ਕਾਲਜ ਇਹਨਾਂ ਦੇ ਅੰਡਰ ਪੈਂਦੇ ਨੇ, 6 ਮਹੀਨੇ 1 ਮਹੀਨੇ ਦੀ ਦੇ ਦਿੰਦੇ ਆ, 6 ਮਹੀਨੇ ਫੇਰ ਉਹ ਪ੍ਰੋਫੈਸਰ ਕਹਿੰਦੇ ਅਸੀਂ ਤਾਂ ਜੋ ਲੈਂਦੇ ਆ, ਜਿਹੜੇ ਵਿਚਾਰਾ ਨਾਨ ਟੀਚਿੰਗ ਸਟਾਫ ਆ, ਜਿਹੜਾ ਚਪੜਾਸੀ ਪੀਐਨ ਡਰਾਈਵਰ, ਉਹਨਾਂ ਦੇ ਕੀ ਬੱਚਿਆਂ ਦਾ ਹਾਲ ਆ? ਕੇਜਰੀਵਾਲ ਉਰੇ ਆ ਕੇ ਦੇਖਦਾ। ਇਹ ਮੈਂ ਔਨ ਰਿਕਾਰਡ ਪੁੱਛ ਲਿਓ, ਜਿਹੜਾ ਇਹਨਾਂ ਦਾ ਜਨਰਲ ਸੈਕਟਰੀ ਇੰਚਾਰਜ ਉਰੇ ਆਊ, ਮੈਂ ਹੈਰਾਨ ਆ। ਜਿਹੜੇ ਇਹਨਾਂ ਦੇ ਮਗਰ ਵੀ ਲੱਗੇ ਆ, ਤੁਸੀਂ ਹੈਰਾਨ ਹੋ ਜਾਓਗੇ ਮੇਰੇ ਛੋਟੇ ਭਰਾ। ਕੱਲ ਮੈਂ ਪੁੱਛਿਆ, ਮੈਂ ਕਿਹਾ ਉਹ ਭਾਈ ਭਲੇ ਆ ਮਾਨਸੋ, ਉਹ ਲੋਕੋ ਇਹਨੂੰ ਇਹ ਤਾਂ ਪੁੱਛੋ ਵੀ ਇਹ ਖਰੜ 'ਚ ਆ ਕੇ ਬਣ ਰਹੇ ਆ ਆਪਣੇ ਕਾਗਜ਼ ਪੈਂਪਲੇਟ, ਉਹ 5 ਸਾਲ ਤਾਂ ਐਮਐਲਏ ਦਾ ਸੀ, 5 ਸਾਲ ਤੱਕ ਕੰਵਰ ਸੰਧੂ ਜਿਹੜੇ ਐਮਐਲਏ ਸੀ ਉਹਨਾਂ ਦਾ ਰਿਪੋਰਟ ਕਾਰਡ ਪੁੱਛੋ 5 ਸਾਲ ਉਹ ਕਿੱਥੇ ਆ, ਜਿਨ੍ਹਾਂ ਦੀ ਗਰਦਨ ਵੱਢ ਕੇ ਰੱਖਤੀ। ਅੱਜ ਫੇਰ ਕਿਸੇ ਹੋਰ ਨਵੇਂ ਕੈਂਡੀਡੇਟ ਨੂੰ ਉੱਥੇ ਲਈ ਫਿਰਦੇ ਆ, ਪਰ ਕੋਈ ਪੁੱਛਦਾ ਨਹੀਂ ਗਾ ਇਹ ਗੱਲ ਵੀ ਤੁਸੀਂ ਤਾਂ ਦੱਸ ਦਿਓ, ਚਲੋ ਸਾਨੂੰ ਸਾਡੀਆਂ ਕਮੀਆਂ ਵੀ ਪੁੱਛ ਲਓ, ਪਰ ਇਹਨਾਂ ਨੂੰ ਤਾਂ ਪੁੱਛੋ ਵੀ 5 ਸਾਲ ਐਮਐਲਏ ਤਾਂ ਤੇਰਾ ਸੀ। ਜੇ ਇੱਥੇ ਐਮਐਲਏ ਜਗਮੋਹਨ ਕੰਗ ਜਿੱਤੇ ਹੁੰਦੇ ਖਰੜ ਤੋਂ, ਕੈਬਨਿਟ ਮੰਤਰੀ ਹੁੰਦੇ ਤੇ ਨੁਹਾਰ ਬਦਲੀ ਹੁੰਦੀ ਖਰੜ ਦੀ। ਇਸ ਬੰਦੇ ਨੇ ਆਪਣਾ ਐਮਐਲਏ ਲੋਕਾਂ ਨੂੰ ਐਂ ਭਰਮਾ ਕੇ ਉਦੋਂ ਬਾਅਦ ਆ ਜਾਓ ਤੁਸੀਂ। ਅੱਜ ਇਹ ਗੱਲਾਂ ਕਰਦੇ ਆ। ਅੱਜ ਸਾਡਾ ਡੀਜ਼ਲ ਪੈਟਰੋਲ ਕਦੇ ਸਸਤਾ ਹੋਇਆ ਸੀ? ਹਮੇਸ਼ਾ ਕਹਿੰਦੇ ਸੀ ਚੰਡੀਗੜ੍ਹੋਂ ਭਰਾ ਲਓ ਜੀ, ਹਰਿਆਣੇ ਭਰਾਓ। ਪਹਿਲੀ ਵਾਰ ਆ ਚਰਨਜੀਤ ਚੰਨੀ ਦੀ ਅੱਜ ਜਿਹੜਾ ਬੋਰਡ ਲੱਗੇ ਨੇ ਵੀ ਹਰਿਆਣੇ ਨਾਲੋਂ ਤੇ ਚੰਡੀਗੜ੍ਹ ਨਾਲੋਂ ਸਸਤਾ ਜਿਹੜਾ ਪੰਜਾਬ 'ਚ ਤੇਲ ਆ। ਇਸ ਕਰਕੇ ਬੜੀਆਂ ਗੱਲਾਂ ਨੇ ਜਿਹੜੀਆਂ ਐਵੇਂ ਮਾਰੀ ਜਾਂਦੇ ਆ ਗੱਲਾਂ। ਆ ਮਜੀਠੀਏ ਤੇ ਪਰਚਾ ਚਲੋ ਛੁੱਟ ਗਿਆ, ਉਹ ਹਾਈ ਕੋਰਟ ਤੋਂ ਬੇਲ ਹੋ ਗਈ, ਅਲੱਗ ਗੱਲ ਆ, ਫੇਰ ਦੇਖ ਲਾਂਗੇ। ਪਰ ਇਹ ਬੰਦਾ ਮਾਫੀ ਮੰਗਣ ਵਾਲਾ ਇੱਕ ਮਜੀਠੀਏ ਤੋਂ ਅੱਜ ਆ ਟੈਲੀਫੋਨ ਨੰਬਰ ਜਾਰੀ ਕਰਤਾ। ਇਹ ਟੈਲੀਫੋਨ ਕਿਹੜੀ ਜਾਂ ਤਾਂ ਮੈਂ ਮੰਨਾਂ ਨਾ ਵੀ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸਾਡਾ ਸੀਐਮ ਕਿਹੜਾ ਹੋਊਗਾ। ਟੈਲੀਫੋਨ ਕਿਹਦਾ ਏ? ਇਹ ਕੇਜਰੀਵਾਲ ਦਾ ਨੰਬਰ ਆ। ਇਹ ਲੋਕ ਇਹ ਕੋਈ ਤੀਜੀ ਕੋਈ ਸੰਸਥਾ ਬਣਾਈ ਹੋਵੇ, ਤੀਜਾ ਕੋਈ ਇਲੈਕਸ਼ਨ ਕਮਿਸ਼ਨ ਦਾ ਕੋਈ ਹੋਵੇ ਜਾਂ ਹੋਰ, ਇਹ ਟੈਲੀਫੋਨ ਵੱਜਣਾ ਕਿੱਥੇ ਆ? ਇਹ ਵੱਜਣਾ ਤਾਂ ਕੇਜਰੀਵਾਲ ਦੇ ਕਰਿੰਦਿਆਂ ਕੋਲ ਆ। ਉਹ 'ਚ ਜਿਹੜੀ ਮਰਜ਼ੀ ਨਾਂ ਕੱਢ ਕੇ ਵੀ ਇੰਨੇ ਟੈਲੀਫੋਨ ਮੇਰੇ ਨਾਂ ਤੇ ਆ ਗਏ, ਇੰਨੇ ਟੈਲੀਫੋਨ ਭਗਵੰਤ ਮਾਨ ਦੇ ਆ ਗਏ ਨਾਂ ਤੇ। ਪਰ ਇੰਨਾ ਕੁ ਤਾਂ ਮੰਨ ਲਿਆ, ਜੇ ਭਗਵੰਤ ਮਾਨ ਨੂੰ ਇਸ਼ਾਰੇ 'ਚ ਗੱਲ ਕਰ ਗਿਆ, ਵਿਚਾਰੇ ਨੇ ਗਰਦਨ ਬਥੇਰਾ ਚਿਰ ਲੰਬੀ ਪਾ ਕੇ ਰੱਖੀ ਆ, ਤੇ ਇਸ ਕਰਕੇ ਆਪ ਵਾਲਾ ਗੱਲ ਤਾਂ ਉਹ ਤੋਂ ਨਿਕਲ ਗਈ। ਮਨ ਕਰੂਗਾ ਤਾਂ ਨਾਮ ਸੁਣ ਭਗਵੰਤ ਮਾਨ ਨੂੰ ਹੀ, ਇਹ 'ਚ ਕੋਈ ਸ਼ੱਕ ਨਹੀਂ। ਹਾਂ, ਰੱਬ ਨਾ ਕਰੇ, ਰੱਬ ਨਾ ਕਿਤੇ ਲੋਕ ਭੁਲੇਖੇ 'ਚ ਆ ਜਾਣ, ਐਮਐਲਏ ਤਾਂ ਇਹਦੇ ਹੋਣੇ ਆ ਮੁੜ ਕੇ। ਮੈਂ ਨਹੀਂ ਕਹਿੰਦਾ 1% ਚਾਂਸ ਆ, ਪਰ ਇਹਦੇ ਵਿੱਚ ਵੀ ਜੇ ਭਗਵੰਤ ਦਾ ਨਾਂ ਅਨਾਊਂਸ ਕਰਕੇ ਵੀ, ਤਾਂ ਵੀ ਭਗਵੰਤ ਨੂੰ ਕਦੇ ਨਹੀਂ ਬਣਾਉਂਦਾ, ਇਹ ਤੁਸੀਂ ਦੇਖ ਲਿਓ। ਪਰ ਰੱਬ ਕਰੇ ਉਹ ਦਿਨ ਆਵੇ ਨਾ, ਪੰਜਾਬ ਨੂੰ ਦੇਖਣਾ ਨਾ ਪੈ ਜੇ ਜੋ ਲੋਕਾਂ ਦਾ। ਯਾਰ ਹੱਦ ਹੋ ਗਈ। ਤੂੰ ਐਵੇਂ ਹੀ ਉੱਥੇ ਆਪਣੀਆਂ 150 ਜਿਹੜੀਆਂ ਡਿਸਪੈਂਸਰੀਆਂ ਜਿਹੀਆਂ ਦਿਖਾ ਕੇ ਇੱਥੋਂ ਦਵਾਈ ਮਿਲਦੀ ਆ ਜੀ, 100 ਸਕੂਲ, ਉਹ ਇੱਥੇ ਬੇੜਾ ਇੱਕ ਲੁਧਿਆਣੇ 'ਚ ਚਲੇ ਜਾ, ਉਹ ਮੁਕਾਬਲਾ ਕਰਦਾ ਇਕੱਲਾ ਦਿੱਲੀ ਦਾ। ਐਡਾ ਬੜਾ ਸ਼ਹਿਰ ਆ ਇਹ ਪੰਜਾਬ ਆ, ਇਹਨੂੰ ਮਤਲਬ ਮੂਰਖ ਬਣਾਉਣਾ। ਚਲੋ ਇੱਕ ਗੱਲ ਹੋਰ ਛੱਡੋ, ਮੈਨੂੰ ਇੱਕੋ ਇਹਨਾਂ ਦਾ ਕੋਈ ਜਵਾਬ ਦੇ ਦੇ, ਜਿਹੜਾ ਵੀ ਇਹਨਾਂ ਦਾ ਜਿਹੜੇ ਉਰੇ ਇੰਚਾਰਜ ਆਉਂਦੇ ਆ, ਵੀ ਭਾਈ ਸਾਹਿਬ ਇਸ ਵਾਰ ਐਨਆਰਆਈ ਕੋਈ ਕਿਉਂ ਨਹੀਂ ਆ ਰਿਹਾ ਬੱਸ ਲੈ ਕੇ ਜਹਾਜ਼ ਭਰ ਕੇ? ਇਸ ਵਾਰ ਐਨਆਰਆਈ ਦੀ ਕੋਈ ਪਰਚੀ ਨਹੀਂ ਕੱਟੀ ਤੁਹਾਨੂੰ? ਉਹਨਾਂ ਨੇ ਸਵਾਦ ਲੈ ਲਿਆ, ਦੇਖ ਲਿਆ ਵੀ ਇਹ ਕਿੱਡਾ ਵੱਡਾ ਫਰਾਡ ਆ। ਦੂਜੀ ਗੱਲ, ਉਹ ਕਿਸਾਨੋਂ, ਮੇਰੇ ਮਜ਼ਦੂਰੋ ਵੀਰੋ, ਉੱਠੋ। ਆ ਦੇਖ ਲਿਆ ਅੰਦਰੋਂ ਕੀ ਖੇਡਾਂ ਖੇਡਦੇ ਸੀ ਰਾਜੇਵਾਲ ਤੇ ਇਹ ਤਾਂ ਹੁਣ ਟਿਕਟਾਂ ਦੀ ਲੜਾਈ ਹੋ ਗਈ। ਕਿਸ ਕਮੀਨਪਣੇ ਤੱਕ ਜਾ ਸਕਦੇ ਆ ਯਾਰ। ਦੇਖੋ ਉਹਨਾਂ ਨਾਲ ਗੱਠਜੋੜ, ਲੋਕ ਵਿਚਾਰੇ 750 ਸ਼ਹੀਦ ਹੋ ਗਏ, ਉਹਨਾਂ ਦੀ ਕੋਈ ਗੱਲ ਨਹੀਂ।
ਅੱਜ ਕਿਸਾਨਾਂ ਨੂੰ ਰਾਜੇਵਾਲ ਅੰਦਰ ਖਾਤੇ ਟਿਕਟਾਂ ਦੀ ਗੱਲਾਂ ਕਰਦਾ ਸੀ। ਜਦੋਂ ਉਹਨੇ ਦੇਖਿਆ ਵੀ ਲੋੜ ਹੀ ਨਹੀਂ ਕੋਈ ਰਾਜੇਵਾਲ ਦਾ, ਜਿਹੜਾ ਕੱਢਣਾ ਸੀ ਉਹਦਾ ਕਚੂੰਬਰ ਕੱਢ ਲਿਆ ਤੇ ਮਾਰੀ ਲੱਤ ਪਰੇ। ਤੇ ਇਸ ਕਰਕੇ ਤੁਸੀਂ ਦੇਖੋ ਤਾਂ ਸਹੀ ਕਿਸ ਤਰੀਕੇ ਨਾਲ ਪੰਜਾਬੀਆਂ ਨੂੰ ਵੇਚਦੇ ਆ, ਕਿਸ ਤਰੀਕੇ ਪੰਜਾਬੀਆਂ ਨੂੰ ਵਰਤਦੇ ਆ। ਅੱਜ ਰਾਜੇਵਾਲ ਨੂੰ ਅੰਬ ਦੀ ਗੁਠਲੀ ਵਾਂਗੂ ਨਿਚੋੜ ਕੇ ਮਾਰਿਆ ਕੱਢ ਕੇ ਬਾਹਰ। ਤੇ ਇਸ ਕਰਕੇ ਉਹੋ ਜਿਹਾ ਰਾਜੇਵਾਲ ਆ ਜਿਹੜਾ ਸਾਰਾ ਐਜੀਟੇਸ਼ਨ ਆ ਜਿਹੜਾ ਉਹ ਤਾਂ ਆਮ ਲੋਕਾਂ ਕਿਸਾਨਾਂ ਦਾ ਸੀ, ਤੁਹਾਡਾ ਲੀਡਰਾਂ ਦਾ ਥੋੜੀ ਸੀ। ਵੇਚਣ ਚਲਿਆ ਗਿਆ ਸਾਰਾ ਇਹਦੇ ਘਰੇ। ਇਹ ਤਾਂ ਵਪਾਰੀ ਆ। ਪਹਿਲਾਂ ਐਨਆਰਆਈ ਨੂੰ ਖਰੀਦਿਆ, ਇਸ ਵਾਰ ਰਾਜੇ ਵਾਲੇ ਨੂੰ ਕਿਸਾਨ ਵੇਚਣ ਚਲਿਆ ਗਿਆ ਸੀ, ਸੌਦਾ ਸਾਰਾ ਕਰਨ ਇਹਨਾਂ ਨਾਲ। ਚਲੋ ਉਹ ਸੌਦਾ ਨਹੀਂ ਚੜਿਆ, ਉਹ ਸਿਆਣਾ ਫਿਲਹਾਲ, ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਤੇ ਜਿਹੜੇ ਯੂਨੀਅਨ ਚੰਗੀਆਂ ਗਰਾਹਾਂ ਸਾਹਿਬ ਵਰਗੀ ਸਿਰ ਝੁਕਦਾ ਇਹੋ ਜਿਹੇ ਬੰਦਿਆਂ ਮੂਹਰੇ ਯਾਰ, ਜਿਹੜੇ ਖੜੇ ਨੇ ਸਟੈਂਡ ਤੇ ਆਪਣੇ। ਉਹ ਨੇ ਕੇਸਰੀ ਪੱਗਾਂ ਬੰਨ੍ਹ ਕੇ ਅਸਲੀ ਭਗਤ ਸਿੰਘ ਦੇ ਵਾਰਸ। 2-3 ਹੋਰ ਗਰੁੱਪ ਨੇ ਮਾਝੇ ਦੇ ਜਿਹੜੇ ਜਿਨ੍ਹਾਂ ਨੇ, ਚਾਹੇ ਪੰਨੂ ਹੋਣ, ਪੰਧੇਰ ਹੋਣ, ਹੋਰ ਫੂਲ ਸਾਹਿਬ ਵਰਗੇ ਕਈ ਨੇ ਇਹੋ ਜਿਹੇ ਜਿਨ੍ਹਾਂ ਨੇ ਕਿਹਾ ਨਹੀਂ। ਇਹੋ ਜਿਹੇ ਕਈ ਲੁੱਟਣ ਵਾਲੇ ਹਰੇਕ ਆ ਕੇ ਜੀ ਪੰਜਾਬ ਬਚਾਉਣਾ, ਪੰਜਾਬ ਬਚਾਉਣਾ। ਕੋਈ ਬੰਬੇ ਤੋਂ ਆ ਗਏ, ਕਈ ਇੰਡਸਟਰੀ ਵਾਲੇ ਉਹ ਮੰਚ ਜਿਹਾ ਬਣਾਈ ਫਿਰਦੇ ਆ। ਕਦੇ ਦਿੱਲੀ ਵਾਲੇ ਆ ਗਏ ਪੰਜਾਬ ਬਚਾਉਣਾ। ਤੁਹਾਨੂੰ ਬਾਹਲਾ ਫਿਕਰ ਆ ਪੰਜਾਬ ਦਾ? ਲੁੱਟਣ ਆਏ ਹੋ ਤੁਸੀਂ ਪੰਜਾਬ ਨੂੰ, ਬੇਵਕੂਫ ਬਣਾਉਣ ਆਏ ਆ ਪੰਜਾਬ ਨੂੰ, ਜਿਹੜਾ ਕਿ ਕਦੇ ਨਹੀਂ ਬਣੂਗਾ ਤੁਹਾਤੋਂ। ਇੱਕ ਬਿੱਟੂ ਸਾਹਿਬ, ਮੈਂ ਪੁੱਛਣਾ, ਕਾਂਗਰਸ ਦੀ ਜੇ ਵਾਪਸ ਆਈਏ, ਕੀ ਤੁਸੀਂ ਇੱਕ ਪਰਿਵਾਰ 2 ਟਿਕਟਾਂ ਨਾਲ ਸਹਿਮਤ ਹੋ? ਇਸ ਦੇ ਉੱਤੇ ਵੀ ਕਾਫੀ ਰੌਲਾ ਪੈ ਰਿਹਾ, ਕਈ ਕੈਂਡੀਡੇਟ ਇਸ ਗੱਲ ਤੇ ਨਾਰਾਜ਼ ਨੇ। ਜੀਪੀ ਸਿੰਘ ਨੇ ਬੜਾ ਵਿਰੋਧ ਕੀਤਾ ਹੈ ਵੀ ਚੰਨੀ ਸਾਹਿਬ ਦੇ ਭਰਾ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਤੁਸੀਂ ਕੀ ਕਹਿੰਦੇ ਹੋ ਇਸ ਉੱਤੇ? ਨਹੀਂ ਇਹੋ ਜਿਹਾ ਗੱਲ ਤਾਂ ਦੇਖੋ ਪਾਰਟੀ ਡਿਸਾਈਡ ਕਰੇਗੀ, ਪਰ ਮੈਂ ਤੁਹਾਨੂੰ ਇਹ ਭਰੋਸਾ ਦਿਵਾਉਣਾ, ਜਿਹੜਾ ਵੀ ਚੰਗਾ ਮਿਹਨਤੀ ਵਰਕਰ ਆ ਕਾਂਗਰਸ ਪਾਰਟੀ ਦਾ, ਉਹਦੀ ਕੋਈ ਵੀ ਟਿਕਟ ਨਹੀਂ ਕੱਟੀ ਜਾਣੀ। ਪਰਿਵਾਰਾਂ ਦੀ ਗੱਲ, ਮਤਲਬ ਤੁਸੀਂ ਚੰਗੇ ਵਰਕਰ ਦੇ ਨਾਲ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਜਿੰਨਾ ਜਗ੍ਹਾ ਮੈਂ ਆ, ਕਿਸੇ ਨਾਲ ਇਹ ਧੱਕਾ ਨਹੀਂ ਹੋਣ ਦਿੰਦੇ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਇਹ ਮੈਂ ਕਹਿ ਸਕਦਾ, ਇੱਕ ਕਾਂਗਰਸ ਦਾ ਸਿਪਾਹੀ ਹੋ ਕੇ ਕਹਿ ਸਕਦਾ ਬਈ ਕਿਸੇ ਨਾਲ ਧੱਕਾ ਨਹੀਂ ਹੋਊਗਾ। ਹਰੇਕ ਨੂੰ ਜਿਹਨੇ ਕੰਮ ਕੀਤਾ ਉਹਨੂੰ ਰਿਪੋਰਟ ਦੇ ਹਿਸਾਬ ਨਾਲ ਉਹਨੂੰ ਟਿਕਟ ਮਿਲੂਗੀ। ਕਿਸੇ ਬੇਫਿਕਰ ਰਹੋ, ਕਿਸੇ ਐ ਪਰਿਵਾਰ ਦੇ ਨਾਂ ਤੇ ਕਿਸੇ ਟਿਕਟ ਨਹੀਂ ਮਿਲਦੀ। ਕੱਲ੍ਹ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ, ਕੋਰ ਕਮੇਟੀ ਦੀ ਮੀਟਿੰਗ ਵੀ ਸੀ। ਉਹਦੇ ਜਿਹੜੇ 2-3 ਅਸੀਂ ਬੰਦਿਆਂ ਨਾਲ ਗੱਲਬਾਤ ਕੀਤੀ, ਸੀਨੀਅਰ ਲੀਡਰ, ਉਹਨਾਂ ਨੇ ਕਿਹਾ ਵੀ ਬਿਕਰਮ ਮਜੀਠੀਆ ਨੂੰ ਅਸੀਂ ਕਿਹਾ ਵੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰ ਉਹਨਾਂ ਦੇ ਹਲਕੇ 'ਚ, ਵੀ ਉਹਦੇ ਨਾਲ ਜਾ ਕੇ ਲੜ। ਤਾਂ ਤੁਹਾਨੂੰ ਕੀ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਚੈਲੰਜ ਐਕਸੈਪਟ ਕਰਨਾ ਚਾਹੀਦਾ? ਸਿੱਧੂ ਸਾਹਿਬ ਦਾ ਨਹੀਂ ਮੈਨੂੰ ਪਤਾ, ਪਰ ਜਿਹੜਾ ਕੋਈ ਆਪਣੇ ਆਪ ਨੂੰ ਜਰਨੈਲ ਕਹਾਉਂਦਾ, ਜੇ ਉਹ 5 ਸਾਲ ਕੋਈ ਮੰਤਰੀ ਰਿਹਾ, 5 ਸਾਲ ਕੋਈ ਵਧੀਆ ਵੱਡੇ ਅਹੁਦਿਆਂ ਤੇ ਰਿਹਾ, ਤੇ ਉਹਨੂੰ ਹੀ ਭਿੜਨਾ ਚਾਹੀਦਾ। ਹੁਣ ਕਿਸੇ ਆਮ, ਹੁਣ ਜਿਹੜਾ ਉਹਨਾਂ ਦਾ ਇੱਕ ਸਭ ਤੋਂ ਤਕੜਾ ਬੰਦਾ ਹੈ, ਚਾਹੇ ਆਮ ਆਦਮੀ ਦਾ, ਚਾਹੇ ਬੀ ਆਦਮੀ ਦਾ, ਚਾਹੇ ਸੀ ਆਦਮੀ ਦਾ, ਉਹਦੇ ਨਾਲ ਕਿਸੇ ਆਮ ਨੂੰ ਕਿਉਂ? ਜਿਹੜਾ ਵਿਚਾਰਾ, ਜਿਹੜਾ ਆਪ ਸਧਾਰਨ ਆਦਮੀ, ਉਹਨੂੰ ਕੋਈ ਚੰਗੀ ਸੀਟ 'ਚ ਜਿਤਾਓ, ਤੇ ਜਿਹੜਾ ਕੋਈ ਤਕੜਾ ਜਰਨੈਲ ਆ ਉਹਨੂੰ ਫਸਾਓ ਨਾ ਜਰਨੈਲ ਮੂਹਰੇ। ਜੇ 5 ਸਾਲ ਤੁਸੀਂ ਕਿਸੇ ਨੂੰ ਚੀਫ ਮਿਨਿਸਟਰੀਆਂ ਦਿੱਤੀਆਂ, ਉਹ ਸੌਖੀ ਸੀਟ ਤੇ ਜਿੱਤੀ ਜਾਣਾ ਉਹਨੇ, ਆਪਣੀ ਤੇ ਜਿੱਤੇ। ਦੂਜੀ ਤਾਂ ਉਹਨੂੰ ਕਹਿ ਭਾਈ ਚੱਲ ਮੁਕਾਬਲਾ ਕਰੋ। ਇਹ ਤਾਂ ਪਰ ਪਾਰਟੀ ਨੇ ਦੇਖਣਾ। ਮੇਰੀ ਰਾਏ ਆ, ਪਿਛਲੀ ਵਾਰ ਅਸੀਂ ਇਹ ਫੈਸਲਾ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਲੜੀ ਸੀ, ਮੈਂ ਵੀ ਲੜਨ ਗਿਆ ਸੀ ਜਲਾਲਾਬਾਦ। ਅਗਲੇ ਨੂੰ ਬੰਨ੍ਹ ਕੇ ਰੱਖ ਦਿਓ ਸੀਟਾਂ ਤੇ। ਇਸ ਕਰਕੇ ਉਹਨੂੰ ਮਜੀਠੇ ਤੋਂ ਲੜਨਾ ਚਾਹੀਦਾ। ਨਹੀਂ, ਉਹ ਤੁਹਾਡੇ ਕੋਲ ਪਹਿਲਾਂ ਦਬਕਾ ਮਾਰ ਕੇ ਆ ਵੀ ਮੈਂ ਤੁਹਾਡੇ ਖਿਲਾਫ ਲੜਨਾ, ਪਹਿਲਾਂ ਤੁਸੀਂ ਉਹ ਥਾਪੀ ਮਾਰੋ, ਮੈਂ ਆਉਣਾ ਤੇਰੇ ਘਰ 'ਚ ਆ ਕੇ ਠੋਕੂ ਤੈਨੂੰ। ਇੰਨੀ ਜਾਨ ਚਾਹੀਦੀ ਆ ਲੀਡਰ 'ਚ। ਧੰਨਵਾਦ। ਆਉਣ ਵਾਲੇ ਦਿਨ ਤੁਹਾਨੂੰ ਕੀ ਲੱਗਦਾ, ਸਮਾਂ ਘੱਟ ਨਹੀਂ ਰਹਿ ਗਿਆ? ਟਿਕਟਾਂ ਲੇਟ ਨਹੀਂ ਹੋ ਗਿਆ ਅਨਾਊਂਸ ਕਰਨ 'ਚ? ਦੇਖੋ, ਇਸ ਵਾਰ ਇਲੈਕਸ਼ਨ ਸੌਖੀ ਬਹੁਤ ਆ ਲੜਨੀ। ਨਾ ਤਾਂ ਕੋਈ ਰੈਲੀਆਂ ਦਾ ਇਕੱਠ ਕਰਨਾ ਕਿਸੇ ਨੇ, ਨਾ ਕੋਈ ਜਿਹੜਾ ਤੁਸੀਂ ਅੱਗੇ ਪ੍ਰਚਾਰ ਹੁੰਦਾ ਸੀ ਵੀ ਲੈ ਜੀ ਇਕੱਠੀਆਂ ਰੈਲੀਆਂ ਕੱਢ ਰਹੇ ਹਾਂ, ਗੱਡੀਆਂ ਕੱਢ ਲਈਆਂ ਇਕੱਠੇ ਕਰਕੇ, ਟਰੈਕਟਰ ਮਾਰਚ ਕਰ ਰਹੇ ਹਾਂ, ਦੂਜਾ ਸਕੂਟਰ ਰੈਲੀਆਂ, ਤੇਲ ਬਚੂ, ਪੋਲਿਊਸ਼ਨ ਘਟੂ। ਦੇਖੋ ਤੁਸੀਂ ਕਿੰਨਾ ਬਚਾਅ ਕਰਤਾ ਇਲੈਕਸ਼ਨ ਕਮਿਸ਼ਨ ਨੇ। ਤੇ ਇਸ ਕਰਕੇ ਹੁਣ ਤਾਂ ਸੌਖਾ ਏ, ਹੁਣ ਤਾਂ ਤੁਹਾਡੀਆਂ ਹੀ ਮਿੰਨਤਾਂ ਕਰਨੀਆਂ ਪੈਣੀਆਂ ਸਾਨੂੰ ਵੱਧ ਤੋਂ ਵੱਧ। ਭਾਈ ਸਾਨੂੰ ਦਿਖਾ ਦਿਓ। ਹਰ ਪਾਰਟੀ ਨੇ ਤੁਹਾਡੇ ਕੋਲ ਹੀ ਆਉਣਾ, ਆਪਣੇ ਸੈੱਟ ਲਾ ਲਏ ਆ। ਮੈਨੂੰ ਲੱਗਦਾ ਕਈਆਂ ਨੇ ਵਧੀਆ ਤੋਂ ਵਧੀਆ, ਮੋਹਾਲੀ 'ਚ ਆਮ ਆਦਮੀ ਤਾਂ ਖੈਰ ਪੈਸਾ ਇਹਦੇ ਕੋਲ ਬਹੁਤ ਆ, ਵਧੀਆ ਹੋਟਲਾਂ 'ਚ ਲਾਈ ਬੈਠੇ ਆ ਕਿਤੇ। ਬਾਕੀ ਅਸੀਂ ਘਰਾਂ 'ਚ ਲਾ ਲਾਂਗੇ ਸੈੱਟ, ਤੇ ਤੁਹਾਡੇ ਰਾਹੀਂ ਕੰਪੇਨ ਕਰਾਂਗੇ। ਕਾਂਗਰਸ ਪਾਰਟੀ ਹਮੇਸ਼ਾ, ਅਸੀਂ ਹੌਲੀ ਚੱਲਦੇ ਹਾਂ। ਰੇਸ ਕੌਣ ਜਿੱਤਿਆ ਸੀ? ਕਛੂਆ ਹੀ ਜਿੱਤਿਆ ਸੀ ਨਾ। ਜਿਹੜਾ ਬੜਾ ਤੇਜ਼ ਸੀ ਉਹ ਤਾਂ ਭੁਲੇਖੇ 'ਚ ਰਹਿ। ਇਹ ਕਾਂਗਰਸ ਪਾਰਟੀ ਹੌਲੀ ਜਦੋਂ ਐਂਡ ਆਉਣੀ ਹੈ ਨਾ ਲਾਈਨ, ਉਹ ਕਾਂਗਰਸ ਪਾਰਟੀ ਨੇ ਅੱਗੇ ਹਮੇਸ਼ਾ ਨਿਕਲਣਾ ਹੁੰਦਾ। ਇਹ ਪਹਿਲਾਂ ਹੀ ਹੰਭ ਜਾਂਦੇ ਆ ਜ਼ੋਰ ਲਾ ਲਾ। ਇਹ ਅਨਟ੍ਰੇਨਡ ਬੰਦੇ ਆ, ਪਹਿਲਾਂ ਹੰਭ ਜਾਂਦੇ ਆ ਜ਼ੋਰ ਲਾ ਲਾ, ਵੀ ਪਹਿਲਾਂ ਹੀ ਰੌਲਾ ਪਾ ਸੰਗ ਪਾੜ ਲੈਂਦੇ ਆ। ਅਸੀਂ ਜਦੋਂ ਆਉਣਾ ਆਰਾਮ ਨਾਲ ਆ ਕੇ, ਕਾਂਗਰਸ ਪਾਰਟੀ ਦਾ ਲੋਕਾਂ ਨੂੰ ਪਤਾ, ਉਹ ਵੀ ਆਰਾਮ ਨਾਲ ਬੈਠੇ ਆਪਣੇ ਕੰਮਕਾਰ ਕਰ ਰਹੇ ਆ। ਅਸੀਂ 2-2 ਮਹੀਨੇ ਪਹਿਲਾਂ ਤੰਗ ਨਹੀਂ ਕਰਦੇ ਲੋਕਾਂ ਨੂੰ ਵੀ ਕੁੰਡੇ ਖੜਕਾਈ ਜਾਈਏ। ਮੌਕੇ ਤੇ ਲੋਕ ਵੀ ਕੰਮ ਕਰਦੇ ਆ, ਲੋਕ ਸਮਝਦੇ ਆ। ਤੇ ਜਦੋਂ ਮੌਕੇ ਤੇ ਜਾਵਾਂਗੇ, ਸੱਟ ਮਾਰ ਕੇ ਆਪਣਾ ਕੰਮ ਕਰਕੇ
ਜਿਹੜਾ ਹੈ ਉਹ ਸਰਕਾਰ ਜਿਹੜੀ ਜਿਵੇਂ ਆ 100 ਦਿਨ 11 ਚੰਨੀ ਜੀ ਨੇ ਕੰਮ ਕੀਤੇ ਆ, ਅਗਲੇ 5 ਸਾਲ ਉਵੇਂ ਕੰਮ ਕਰਕੇ ਲੋਕਾਂ ਦਾ ਵਿਸ਼ਵਾਸ ਬਣ ਚੁੱਕਿਆ। ਬੰਦਾ ਸੁੱਤਾ ਹੀ ਨਹੀਂ ਜਿਹੜਾ, ਤੇ 5 ਸਾਲ ਜਦੋਂ ਮੌਕਾ ਉਹਨੂੰ ਆ ਗਿਆ, ਉਹ ਤਾਂ ਧੂੜਾਂ ਪੱਟ ਦੂਗਾ। ਤੁਸੀਂ ਦੇਖਿਆ ਤੁਸੀਂ ਪੰਜਾਬ ਬਦਲਦਾ ਕਿਵੇਂ ਆ। ਕੀ ਗੱਲ ਤੁਸੀਂ ਕਹੋਗੇ ਇਲੈਕਸ਼ਨ ਕਮਿਸ਼ਨ ਨੂੰ ਵੀ ਰੈਲੀਆਂ ਖੁੱਲਣੀਆਂ ਚਾਹੀਦੀਆਂ, ਰੈਲੀਆਂ ਕਰਵਾਇਆ ਕਰੋ ਵੀ ਕਰਵਾਓ, ਕਿਉਂਕਿ ਅਕਾਲੀ ਦਲ ਇਹ ਗੱਲ ਦੇ ਕਹਿ ਰਿਹਾ। ਨਹੀਂ, ਮੈਂ ਨਹੀਂ ਇਹ ਗੱਲ ਨਾਲ ਸਹਿਮਤ। ਦੇਖੋ, ਲੋਕਾਂ ਦੀ ਅਸੀਂ ਸਿਹਤ ਦੇਖਣੀ ਹੈ ਕਿ ਅਸੀਂ ਵੋਟਾਂ ਦੇਖਣੀਆਂ? ਅੱਛਾ, ਲੋਕਾਂ ਨੂੰ ਮਰਾ ਦਈਏ ਅਸੀਂ ਬਿਮਾਰੀ ਨਾਲ, ਆਪਣੀਆਂ ਵੋਟਾਂ ਦੇਖੀ ਜਾਈਏ। ਇਹ ਮੈਂ ਹੈਰਾਨ ਆ, ਇਹ ਕਿਹੋ ਜਿਹੀ ਗੱਲ ਅਕਾਲੀ ਦਲ ਕਰਦਾ ਏ। ਸਾਨੂੰ ਬਿਲਕੁਲ ਇਸ ਗੱਲ ਨਾਲ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਨੂੰ ਦੱਸ ਦਿਓ, ਮੈਂ ਮਾਸਕ ਪਹਿਲਾਂ ਲਾ ਲਾਂ ਜਾਂ ਤੁਸੀਂ ਲਾਓਗੇ। ਮੈਂ ਹੁਣ ਆਪਣਾ ਚਿਹਰਾ ਦਿਖਾਉਣ ਦੀ ਮਾਰਾ ਤੁਹਾਨੂੰ ਕੋਵਿਡ ਕਰ ਦੇਵਾਂ ਜਾਂ ਤੁਸੀਂ ਮੈਨੂੰ ਕਰ ਦਿਓ, ਉਹਦੇ ਨਾਲ ਕੀ ਫਾਇਦਾ? ਇਸ ਕਰਕੇ ਬਿਲਕੁਲ ਰੈਲੀਆਂ ਜਿਹੜੀਆਂ, ਇਹ ਜਿੰਨਾ ਚਿਰ ਇਲੈਕਸ਼ਨ ਕਮਿਸ਼ਨ ਜੋ ਕਹਿੰਦਾ, ਹੈਲਥ ਸੈਕਟਰੀਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ, ਹਰ ਸਟੇਟ ਦੇ ਹੈਲਥ ਸੈਕਟਰੀ ਨਾਲ ਗੱਲ ਕੀਤੀ ਆ, ਮਾਹਰਾਂ ਨਾਲ ਗੱਲ ਕੀਤੀ ਆ, ਤਾਂ ਫੈਸਲਾ ਲਿਆ ਉਹਨਾਂ ਨੇ। ਉਹਨਾਂ ਨੂੰ ਕੋਈ ਸ਼ੌਕ ਸੀਗਾ ਵੀ ਇਹ ਤਾਂ ਇਸ ਗੱਲ ਨਾਲ ਬੜਾ ਭਾਰੀ ਲੋਕਾਂ ਤੇ ਵੀ ਮੈਂ ਸਮਝਦਾ ਖੱਜਲ ਖਵਾਰੀ ਜਿਹੜੀ ਹੁੰਦੀ ਸੀ। ਬਾਹਰ ਇਲੈਕਸ਼ਨ ਜਾਂ ਡਿਬੇਟ ਹੁੰਦੇ ਆ, ਡਿਬੇਟ ਕਰਾਓ ਬੈਠ ਕੇ ਭਗਵੰਤ ਮਾਨ ਸਿੱਧੂ ਸਾਹਿਬ ਨਾਲ, ਜਾਂ ਜਿਹੜੀ ਵੀ ਇਹਨਾਂ ਦੀ ਪਾਰਟੀ ਦਾ ਦੂਜਾ ਸੁਖਬੀਰ ਸਿੰਘ ਬਾਦਲ, ਹਰ ਚੈਨਲ ਤੇ ਡਿਬੇਟ ਕਰਨ, ਆ ਕੇ ਗੱਲ ਕਰਨ ਆਪਸ ਵਿੱਚ। ਲੋਕਾਂ ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਪਤਾ ਲੱਗ ਜਾਊਗਾ। ਜਿਹਦੇ 'ਚ ਮਨ 'ਚ ਸੱਚਾਈ ਹੋਊਗੀ, ਜਿਹਦੇ ਸਕੀਮਾਂ ਚੰਗੀਆਂ ਹੋਣਗੀਆਂ, ਉਹ ਲੋਕ ਉਹਨੂੰ ਵੋਟ ਪਾਉਣਗੇ। ਇਸੇ ਤਰੀਕੇ ਨਾਲ ਕੈਂਡੀਡੇਟ ਆ ਡਿਬੇਟ ਕਰਨ ਆਪਣੇ ਟੀਵੀ ਤੇ ਚੈਨਲਾਂ ਤੇ ਬਹਿ ਕੇ। ਮੈਂ ਸਵਾਲ ਪੁੱਛਣਾ, ਜਿਹੜੇ ਮਨੀਸ਼ ਤਿਵਾੜੀ ਨੇ, ਐਮਪੀ ਨੇ, ਤੁਹਾਡੇ ਕਲੀਗ ਵੀ ਨੇ, ਬਹੁਤ ਪੁਰਾਣੇ ਕਾਂਗਰਸੀ ਨੇ, ਉਹ ਵੀ ਲਗਾਤਾਰ ਇਹੀ, ਉਹਨਾਂ ਨੇ ਪਿਛਲੇ ਦਿਨ ਟਵੀਟ ਕੀਤਾ, ਉਹਨਾਂ ਕਿਹਾ ਸਾਨੂੰ ਗੰਭੀਰ ਸੀਰੀਅਸ ਸੀਐਮ ਚਾਹੀਦਾ ਪੰਜਾਬ ਨੂੰ, ਸਾਨੂੰ ਕੋਈ ਐਂਟਰਟੇਨਮੈਂਟ ਵਾਲਾ ਜਾਂ ਸੋਸ਼ਲ ਇੰਜੀਨੀਅਰ ਵਰਗਾ ਸੀਐਮ ਨਹੀਂ ਚਾਹੀਦਾ। ਮਤਲਬ ਕਿ ਇੱਕ ਤਰ੍ਹਾਂ ਤੋਂ ਉਹਨਾਂ ਨੇ ਜਿਹੜਾ ਆਪਣਾ ਹਮਲਾ ਹੈ ਉਹ ਚਰਨਜੀਤ ਚੰਨੀ ਤੇ ਨਵਜੋਤ ਸਿੰਘ ਸਿੱਧੂ ਤੇ ਕੀਤਾ। ਅੱਜ ਵੀ ਉਹਨਾਂ ਨੇ 5 ਪੁਆਇੰਟ ਦਿੱਤੇ ਨੇ ਵੀ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਉਹਨਾਂ ਦੀਆਂ ਸਾਰੀਆਂ ਚੀਜ਼ਾਂ ਹੈ। ਪ੍ਰਤਾਪ ਬਾਜਵਾ ਜੀ ਵੀ ਐਮਪੀ ਨਾਲ ਰਹੇ ਆ, ਹੁਣ ਵੀ ਨਾਲ ਐਮਪੀ ਨੇ ਰਾਜ ਸਭਾ ਦੇ। ਕੁਲੀਗ ਨੇ ਜਿਹੜੇ ਵੀ ਉਹਨਾਂ ਦੇ ਪੁਆਇੰਟ ਨੇ, ਜਿਹੜੇ ਜੇ ਉਹ ਜਿਹੜੇ ਮੈਨੀਫੈਸਟੋ ਬਣੇਗਾ ਉਹਦੇ ਵਿੱਚ ਉਹਨਾਂ ਦੇ ਪੁਆਇੰਟ ਲਏ ਜਾਣਗੇ। ਹਾਂ, ਜਿਹੜੀ ਦੇਖੋ, ਜਿਹੜੀ ਗੱਲ ਜਿੰਨੀ ਜਿਵੇਂ ਉਹਨਾਂ ਦੀ ਸਮਝ ਆ, ਤੇ ਉਸ ਕਰਕੇ ਇਹ ਤਾਂ ਬੇਬਾਕ ਹੋ ਕੇ ਉਹ ਆਪਣੀ ਗੱਲ ਕਹਿ ਦਿੰਦੇ ਆ। ਤੇ ਜਿਹੜੀ ਗੱਲ ਉਹਨਾਂ ਦੀ ਚੰਗੀ ਆ ਉਹ ਸਾਨੂੰ ਮੰਨਣੀ ਚਾਹੀਦੀ ਆ। ਜਿਹੜੀ ਗੱਲ ਉਹਨਾਂ ਦੀ ਪਾਰਟੀ ਦਾ ਫਾਇਦਾ ਕਰ ਸਕਦੀ ਆ, ਉਹਨੂੰ ਸਾਨੂੰ ਉਹਨਾਂ ਦੀ ਮੰਨਣਾ ਚਾਹੀਦਾ, ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ IYC ਤੋਂ ਪਹਿਲਾਂ NSUI ਦੇ ਪ੍ਰਧਾਨ ਰਹੇ ਆ। ਤੇ ਉਹ ਗੱਲ ਜੇ ਕਹਿੰਦੇ ਆ, ਕੋਈ ਮਾੜੀ ਗੱਲ ਥੋੜ੍ਹੀ ਆ ਉਹ ਗੱਲ। ਸਾਨੂੰ ਇਹੀ ਜਿਹੜਾ ਨਵਜੋਤ ਸਿੱਧੂ ਹੋਣਾ ਨੇ ਕਿਹਾ, ਪਰ ਇਹੀ ਗੱਲ ਜਿਹੜੀ ਚੰਨੀ ਸਾਹਿਬ ਨੇ ਤਾਂ ਕਰਕੇ ਦਿਖਾਤੀ। ਪਹਿਲਾਂ ਇਹ ਗੱਲ ਠੀਕ ਆ, ਉਹ ਲੋਲੀਪੌਪ ਜਿਹੜੇ ਉਹ ਕੇਜਰੀਵਾਲ ਨੂੰ ਵੀ ਕਹਿ ਸਕਦੇ ਆ, ਉਹ ਚੰਨੀ ਨੂੰ ਕਿਉਂ ਕਹਿੰਦੇ? ਆਪਾਂ ਕਿਉਂ ਲਾਈਏ ਵੀ ਜਿਹੜੇ ਮਨੀਸ਼ ਜੀ ਕਹਿ ਰਹੇ ਆ ਉਹ ਚੰਨੀ ਨੂੰ ਕਹਿ ਰਹੇ ਆ, ਉਹ ਕੇਜਰੀਵਾਲ ਨੂੰ ਨਹੀਂ ਕਹਿ ਰਹੇ, ਜਿਹਨੇ 1000 ਰੁਪਈਆ ਅਨਾਊਂਸ ਕੀਤਾ ਸੀ ਆਪਣੇ, ਉਹਨੇ ਤਾਂ ਕਰ ਹੀ ਦਿੱਤਾ ਸੀ ਤਾਂ ਮੈਨੀਫੈਸਟੋ ਬਣਾਉਣਾ। ਉਹ 2000 ਰੁਪਈਆ ਜਿਹੜਾ ਅਨਾਊਂਸ ਸੁਖਬੀਰ ਬਾਦਲ ਨੂੰ ਕੀਤਾ ਏ, ਉਹਨੂੰ ਕਿਉਂ ਨਹੀਂ ਕਹਿਣਗੇ ਉਹ? ਇਹ ਗੱਲ ਜ਼ਰੂਰੀ ਨਹੀਂ ਆ ਵੀ ਜੇ ਉਹ ਕੋਈ ਗੱਲ ਕਹਿ ਰਹੇ ਆ ਕਾਂਗਰਸ ਨੂੰ ਕਹਿ ਰਹੇ ਆ, ਕਾਂਗਰਸ ਨੂੰ ਤਾਂ ਅੰਦਰ ਵੜ ਕੇ ਵੀ ਕਹਿ ਦੇਣਗੇ, ਬਾਹਰ ਤੋਂ ਇਹਨਾਂ ਨੂੰ ਕਹਿ ਰਹੇ ਆ। ਉਹਨਾਂ ਜਿਹੜੀ ਗੱਲ ਕਹੀ ਸੀ, ਕਿਉਂਕਿ ਹਜੇ ਮੌਜੂਦਾ ਸੀਐਮ ਚਰਨਜੀਤ ਚੰਨੀ ਨੇਗੇ, ਤਾਂ ਕਰਕੇ ਉਹਨਾਂ ਤੇ ਕਹਿ ਰਹੇ ਸੀਗੇ, ਉਹ ਚਰਨਜੀਤ ਚੰਨੀ ਦਾ ਵੀ ਬਿਆਨ ਆਇਆ ਵੀ ਮੈਂ ਪਪੂਲਰ ਆ, ਮੈਨੂੰ ਸੀਐਮ ਲਓ। ਹਾਲਾਂਕਿ ਸੀਐਮ ਫੇਸ ਨਹੀਂ ਦੇ ਰਹੀ ਕਾਂਗਰਸ। ਇਸ ਦੇ ਉੱਤੇ ਵੀ ਦੇਖੋ, ਗੱਲ ਇਹ ਆ, ਚਰਨਜੀਤ ਚੰਨੀ ਉਹਨਾਂ ਦੀ ਕੌਂਸਟੀਟਿਊਂਸੀ ਦੇ MLA ਨੇ, ਉਹ ਉਹਨਾਂ ਦੇ MP ਨੇ। ਇਸ ਕਰਕੇ ਜੇ ਕੋਈ ਉਹ ਗੱਲ ਕਹਿੰਦੇ ਆ, ਤੇ ਚੰਨੀ ਜੀ ਮੈਨੂੰ ਜ਼ਰੂਰ 100% ਇਸ ਗੱਲ ਦਾ ਵਿਸ਼ਵਾਸ ਆ ਵੀ ਹੁਣ ਤਾਂ ਵੰਡਣ ਵਾਲਾ ਕੰਮ ਖਤਮ ਹੋ ਗਿਆ, ਪਰ ਉਹਨਾਂ ਨੇ ਕਰਕੇ ਦਿਖਾਇਆ ਯਾਰ। ਬਿਜਲੀ ਸਸਤੀ ਦੀ ਗੱਲ ਕੀਤੀ, ਰੇਤਾ ਸਸਤੇ ਦੀ ਗੱਲ ਕੀਤੀ, ਲੋਕਾਂ ਨੂੰ ਜਿਹੜਾ ਇਹ ਬਹੁਤ ਚਿਰ ਦੇ ਕੰਮ ਰੁਕੇ ਪਏ ਸੀ ਮੁਲਾਜ਼ਮਾਂ ਦੇ, ਉਹ ਉਹਨਾਂ ਨੇ ਕੰਮ ਸੋਲਵ ਕੀਤੇ। ਇੱਕੋ ਹੀ ਬੰਦਾ ਹੈ ਯਾਰ ਜਿਹੜਾ ਕਿਸਾਨਾਂ ਨੂੰ, ਮੈਂ ਸਮਝਦਾ ਹੈ ਕਿਸੇ ਦੀ ਜ਼ਰੂਰਤ ਪ੍ਰਾਈਮ ਮਿਨਿਸਟਰ ਨੂੰ ਕਹਿ ਸਕੇ ਸੱਚ ਨਾਲ ਵੀ ਭਾਈ ਤੂੰ ਸੁਰੱਖਿਆ ਕਰਕੇ ਨਹੀਂ, ਖਾਲੀ ਕੁਰਸੀਆਂ ਕਰਕੇ ਮੁੜਿਆ। ਇਸ ਕਰਕੇ ਮਜੀਠੀਏ ਤੇ ਕਿਸੇ ਦੇ ਹੈ ਹਿੰਮਤ ਸੀ? ਇਹ ਚੰਨੀਓ ਆ ਜਿਹੜਾ ਪਰਚਾ ਕਰਕੇ ਭਗੌੜਾ ਹੋ ਗਿਆ। ਮਜੀਠੀਆ 20 ਦਿਨ ਲੱਭਿਆ ਹੀ ਨਹੀਂ ਵੀ ਕਿਹੜੀ ਖੱਡ 'ਚ ਲੁਕਿਆ, ਕਹਿੰਦੇ ਬੜਾ ਆਰਾਮ ਕਰ ਰਿਹਾ ਸੀ ਮੈਂ। ਸੱਚੀ ਗੱਲ ਪੁੱਛੇ ਤਾਂ ਪਸੀਨੇ, ਮਤਲਬ ਹੁਣ ਕੀ ਕਹੀਏ, ਕਹਿਣਾ ਨਹੀਂ ਚਾਹੁੰਦੇ। ਹੁਣ ਕੋਰਟ ਨੇ ਫੈਸਲਾ ਐਸਾ ਕਰਤਾ ਜਿਹਦੇ ਕਰਕੇ ਉਹਨਾਂ ਨੂੰ ਮੌਕਾ ਮਿਲ ਗਿਆ ਇਹ ਗੱਲਾਂ ਕਰਨ ਦਾ। ਪਰ ਜਿਹੜੇ 20 ਦਿਨ ਹੁਣ ਉਹ ਜਾਣਦੇ ਆ ਸੱਚ, ਜਾਂ ਉਹਨਾਂ ਦਾ ਪਰਿਵਾਰ ਜਾਣਦਾ ਵੀ ਕਿਹੜੀ ਖੱਡ 'ਚ ਸੀ। ਦੇਖੋ, ਦੋਨੋਂ ਜਾਣੇ ਤਾਂ ਵਿਰੋਧੀ ਜਿਹੜੀ ਧਿਰ ਹੈ ਆਮ ਆਦਮੀ ਪਾਰਟੀ, ਉਹ ਤਾਂ ਇਹੀ ਗੱਲ ਕਹਿ ਰਹੀ ਹੈ ਵੀ ਇੱਕ ਹੌਲਾ ਪਰਚਾ ਦਿੱਤਾ ਗਿਆ ਸੀ ਬਿਕਰਮ ਮਜੀਠੀਏ ਤੇ, ਕਿਉਂਕਿ ਜੋ ਚਰਨਜੀਤ ਚੰਨੀ ਜਦੋਂ ਆਜ਼ਾਦ MLA ਸੀਗੇ, ਉਹ ਉਹਨਾਂ ਨੂੰ ਗਏ ਸੀ ਆਪਣੇ ਭਰਾ ਨੂੰ ਛਡਾਉਣ ਵਾਸਤੇ। ਇਹ ਗੱਲ ਚਲੋ ਕੋਈ ਗੱਲ ਨਹੀਂ, ਰੱਬ ਮਿਹਰ ਕਰੇ। ਅਜੇ ਇੱਕ ਹੋਇਆ ਨਾ, ਹੌਲਾ ਹੋਇਆ ਨਾ, ਜਿੱਦਾਂ ਦੁਬਾਰਾ ਸਰਕਾਰ ਬਣ ਗਈ ਭਾਰੀ ਕਰ ਦਾਂਗੇ, ਹੋਰ ਤਸੱਲੀ ਕਰਾ ਦਾਂਗੇ, ਫਿਕਰ ਨਾ ਕਰੋ। ਤੁਸੀਂ ਤਾਂ ਪਹਿਲਾਂ ਮਾਝੇ ਦੇ ਜਰਨੈਲ ਕਹਿੰਦੇ, ਉਹ ਭੁਲੇਖਾ ਕੱਢਿਆ ਹਜੇ ਤੁਹਾਡਾ। ਪਰ ਇਹ ਉਹਨਾਂ ਚਿਰ ਮਾਵਾਂ ਦੇ ਛਾਤੀ 'ਚ ਠੰਡ ਨਹੀਂ ਪੈਣਾ, ਕਲੇਜਾਂ 'ਚ ਠੰਡ ਨਹੀਂ ਪੈਣੀ, ਜਿਨ੍ਹਾਂ ਦੇ ਪੁੱਤ ਨਸ਼ੇ ਨਾਲ ਮਾਰੇ ਆ, ਜਿਹੜੇ ਤੜਫ ਕੇ ਮਰੇ ਆ। ਉਹ ਜਿੰਨਾ ਚਿਰ 5-10 ਪਰਚੇ ਹੋਰ ਨਹੀਂ ਹੋਣਗੇ ਨਾ,
ਉਨਾ ਚਿਰ ਉਹ ਮਾਵਾਂ ਦੇ ਕਾਲਜੇ ਠੰਡ ਨਹੀਂ ਪੈਣਾ। ਆਖਰੀ ਸਵਾਲ, ਦਲਿਤ ਭਾਈਚਾਰੇ ਨੂੰ ਦੇਖਦੇ ਹੋਏ ਕਿਹਾ ਜਾਂਦਾ ਹੈ ਕਾਂਗਰਸ ਨੇ ਸੀਐਮ ਚਰਨਜੀਤ ਚੰਨੀ ਲਾਇਆ, ਕਿਉਂਕਿ ਪੰਜਾਬ ਦੀ ਸਿਆਸਤ ਦਲਿਤ ਭਾਈਚਾਰੇ ਦੀ ਗੱਲ ਹੋ ਰਹੀ ਸੀ। ਦਲਿਤ ਸੀਐਮ ਭਾਜਪਾ ਕਹਿ ਰਹੀ ਸੀਗੀ, ਅਕਾਲੀ ਦਲ ਕਹਿ ਰਿਹਾ ਸੀਗਾ ਵੀ ਅਸੀਂ ਡਿਪਟੀ ਸੀਐਮ ਦਲਿਤ ਲਾਵਾਂਗੇ। ਜੇ ਚਰਨਜੀਤ ਚੰਨੀ ਸੀਐਮ ਨਹੀਂ ਬਣਦੇ ਤਾਂ ਤੁਹਾਨੂੰ ਲੱਗਦਾ ਵੀ ਜਿਹੜੇ ਦਲਿਤ ਭਾਈਚਾਰਾ ਇੱਕ ਖੁਸ਼ ਹੋਇਆ ਸੀ ਉਦੋਂ ਤੇ ਉਹਨਾਂ ਨੂੰ ਕਰਕੇ ਵੋਟਾਂ ਪੈ ਰਹੀਆਂ ਕਾਂਗਰਸ ਨੂੰ, ਨਾਰਾਜ਼ ਹੋਊਗਾ? ਇਹ ਸਮਝੋ ਸਾਡਾ ਧੋਖਾ ਹੋਇਆ। ਨਹੀਂ, ਮੈਨੂੰ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਇਹੋ ਜਿਹੀ ਗੱਲ ਕਰਦੇ ਉਹਨੂੰ ਤਕਲੀਫ ਕੀ ਆ ਬਈ। ਜੇ ਦਲਿਤ ਜੇ ਸ਼ਬਦ ਦੀ ਗੱਲ ਕਰਦੇ ਆ, ਜੇ ਐਸਸੀ ਚੀਫ ਮਿਨਿਸਟਰ ਬਣ ਗਿਆ, ਕਿਸੇ ਪਾਰਟੀ ਨੇ ਹਿੰਮਤ ਕੀਤੀ? ਇਹ ਕਾਂਗਰਸ ਪਾਰਟੀ ਆ ਜਿਹੜੀ ਸੈਕੂਲਰ ਪਾਰਟੀ ਆ, ਜਿਨ੍ਹਾਂ ਨੇ ਚਰਨਜੀਤ ਚੰਨੀ ਇੱਕ ਐਸਸੀ ਕਹਿੰਦੇ ਆ। ਮੈਂ ਤਾਂ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰ ਸੀਐਮ ਜੇ ਚੰਨੀ ਸਾਹਿਬ ਨੂੰ ਇਹ ਹਿੰਮਤ ਹੈ ਕਿਸੇ ਦੀ, ਬਣਾਇਆ ਕਿ ਨਹੀਂ ਬਣਾਇਆ? ਤੇ ਫਿਰ ਦੁਬਾਰਾ ਵੀ ਬਣ ਸਕਦੇ ਆ। ਕੌਣ ਕਹਿੰਦਾ ਇਹ? ਜੇ ਕਿਸੇ ਨੂੰ ਭੁਲੇਖਾ ਹੋਵੇ ਤੇ ਤਾਂ ਹੀ ਇਸੇ ਕਰਕੇ ਚਿਹਰੇ ਤੇ ਨਹੀਂ ਨਾ ਲੜ ਰਹੀ। ਤੇ ਚੰਨੀ ਸਾਹਿਬ ਕਿਉਂ ਨਹੀਂ ਬਣ ਸਕਦੇ ਸੀਐਮ? ਜੋ ਉਹਨਾਂ ਨੇ ਕੰਮ ਕਰਕੇ ਦਿਖਾਏ ਆ, ਜੋ ਉਹਨਾਂ ਨੇ 111 ਦਿਨਾਂ 'ਚ ਕੰਮ ਕੀਤੇ ਆ ਆਪਣੇ, ਤੇ ਸਭ ਤੋਂ ਅੱਜ ਤਾਂ ਉਹ ਬੈਸਟ ਸੀਐਮ ਸਾਬਤ ਹੋਏ ਨੇ। ਤੇ ਐਸੀ ਲੋਕ ਤਾਂ ਉਹ, ਮੈਂ ਕਿਹਾ ਜਿਹਦੇ ਘਰੇ ਪੈਸੇ ਨਹੀਂ ਸੀ ਨਾ, ਉਹਨੇ ਕਿਸੇ ਤੋਂ ਵਿਆਜ ਤੇ ਕਰਜ਼ੇ ਤੇ ਫੜ ਕੇ ਪੈਸੇ ਮੰਗ ਕੇ ਲੱਡੂ ਵੰਡੇ, ਢੋਲ ਵਜਾਏ ਉਹਨਾਂ ਨੇ। ਉਹ ਲੋਕਾਂ ਨੇ ਉਹ ਸੀਐਮ ਬਣਾਉਣਗੇ। ਚੰਨੀ ਦੇ ਨਾਂ ਤੇ ਸਰਕਾਰ ਬਣੇਗੀ, ਚੰਨੀ ਦੇ ਕੰਮਾਂ ਤੇ ਜਿਹੜੇ ਕੰਮ ਨੇ ਕੀਤੇ ਉਸ ਨੇ ਸਰਕਾਰ ਬਣੇਗੀ। ਪਰ ਕੋਈ ਵੀ, ਚਾਹੇ ਕੋਈ ਜੱਟ ਹੋਵੇ ਚਾਹੇ ਕੋਈ ਹਿੰਦੂ ਹੋਵੇ, ਚੰਨੀ ਦੇ ਕੰਮਾਂ ਤੋਂ ਖੁਸ਼ ਨੇ। ਚੰਨੀ ਸਾਹਿਬ ਨੇ ਇਹ ਦਿਖਾਤਾ ਕਰਕੇ ਵੀ ਸਰਕਾਰ ਕਿਵੇਂ ਚੱਲਦੀ ਆ, ਚਾਹੇ ਉਹ ਗਰੀਬ ਪਰਿਵਾਰ ਚੋਂ ਸੀ ਚਾਹੇ ਐਸਸੀ ਪਰਿਵਾਰ ਚੋਂ ਸੀ। ਇਹੀ ਕਹਿ ਰਿਹਾ ਨਾ ਵੀ ਇਹਨਾਂ ਨੂੰ ਮੇਨ ਫੇਸ ਕਿਉਂ ਨਹੀਂ ਅਨਾਉਂਸ ਕਰ ਰਹੇ, ਇਹਨਾਂ ਨੂੰ ਫੇਸ ਕਿਉਂ ਨਹੀਂ ਅਨਾਉਂਸ ਕਰ ਰਹੇ ਇਸ ਦੀ ਸਿਆਸਤ? ਹਾਂ ਨਾ, ਤੁਸੀਂ ਤਾਂ ਡੈਪਟੀਆਂ ਦੀ ਗੱਲ ਕਰਦੇ ਹੋ। ਤੁਸੀਂ ਕਰੋ ਤਾਂ ਕਰੋ, ਸੁਖਬੀਰ ਬਾਦਲ ਆਪਣਾ ਨਾਂ ਪਰੇ ਵੀ ਮੈਂ ਤਾਂ ਐਸਸੀ ਬਣਾਉਂ, ਕਰੇ ਕੇਜਰੀਵਾਲ ਪਰੇ ਵੀ ਮੈਂ ਐਸਸੀ ਬਣਾਉਂ। ਉਹ ਸਾਡਾ ਤਾਂ ਬਣਿਆ ਹੋਇਆ। ਸਾਡੇ ਤਾਂ ਪ੍ਰਥਾ ਇਹ ਨਹੀਂ ਗੀ ਵੀ ਅਸੀਂ ਸੀਐਮ ਅਨਾਉਂਸ ਨਹੀਂ ਕਰਦੇ। ਇੱਕ ਵਾਰ ਹੋਇਆ ਸਿਰਫ, ਸਾਰੇ ਕਿਤੇ। ਅੱਜ ਵੀ 5 ਸਟੇਟਾਂ ਇਲੈਕਸ਼ਨ, ਅੱਜ ਕਿਤੇ ਜਦ ਕਹਿ ਦੋ ਵੀ ਉੱਤਰਾਖੰਡ 'ਚ ਅਸੀਂ ਅਨਾਉਂਸ ਕੀਤਾ, ਅਸੀਂ ਮਨੀਪੁਰ 'ਚ, ਗੋਆ 'ਚ, ਯੂਪੀ 'ਚ ਅਨਾਉਂਸ ਕੀਤਾ, ਅਸੀਂ ਉਰੇ ਵੀ ਕਰ ਦਿੰਦੇ ਹਾਂ। ਪਰ ਕੌਣ ਕਹਿੰਦਾ ਨਹੀਂ ਬਣਨਗੇ ਸੀਐਮ ਦੁਬਾਰਾ? ਉਹ ਇਹ ਤਾਂ ਅਸੀਂ ਦੇਖਣਾ ਨਾ, ਜਿਹੜੇ ਐਮਐਲਏ ਬਣ ਕੇ ਆਉਣਗੇ। ਜੇ ਚੰਨੀ ਨੇ ਸਾਰੇ ਐਮਐਲਏਆਂ ਦੇ ਕੰਮ ਕੀਤੇ ਆ, ਸਾਰੇ ਲੋਕ ਉਹਨਾਂ ਤੋਂ ਖੁਸ਼ ਨੇ, ਤੇ ਚੰਨੀ ਨੂੰ ਕੌਣ ਰੋਕੂਗਾ ਸੀਐਮ ਬਣਨੋਂ? ਬਣ ਜਾਣਗੇ ਸੀਐਮ ਉਹ। 5 ਸਾਲ ਜਿਹੜਾ ਬੰਦਾ 100 ਦਿਨ ਲਈ ਬਣ ਗਿਆ ਤੇ 5 ਸਾਲ ਲਈ ਵੀ ਬਣ ਜਾਊਗਾ। ਲੋਕ ਜਿਤਾਉਣ ਨਾ ਲੋਕਾਂ ਦਾ। ਹੁਣ ਜਿਹੜੇ ਐਸਸੀ ਭਾਈਚਾਰਾ ਚਾਹੇ ਜਿਨ੍ਹਾਂ ਦਾ ਸੀਐਮ ਬਣਿਆ, ਮੈਂ ਸਮਝਦਾ ਬਤੀਰਾਂ ਕੱਟ ਕੇ ਲਾਈਨਾਂ, ਇੱਕ ਵੋਟ ਆ ਜਿਹੜੀ ਉਹ ਚੰਨੀ ਦੇ ਨਾਂ ਤੇ ਕਹਿਣ ਵੀ ਚੰਨੀ ਦੇ ਨਾਂ ਤੇ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾ ਰਹੇ ਹਾਂ, ਸਾਡਾ ਸੀਐਮ ਦੁਬਾਰਾ ਚੰਨੀ ਬਣਨਾ ਚਾਹੀਦਾ। ਤੇ ਬਣੂਗਾ, ਕੌਣ ਰੋਕ ਲੂ? ਤੁਸੀਂ ਚੋਣ ਲੜ ਰਹੇ ਹੋ? ਨਹੀਂ, ਦੇਖੋ ਗੱਲ ਇਹ ਆ, ਇਹ ਗੱਲਾਂ ਵੀ ਤੁਹਾਨੂੰ ਮੈਂ ਸਪਸ਼ਟ ਦੱਸ ਦਿੰਦਾ। ਇਹ ਗੱਲ ਪਿਛਲੀ ਵਾਰ ਅਸੀਂ ਲੜੀ ਸੀ। ਕਈ ਵਾਰ ਕੀ ਹੁੰਦਾ, ਜਦੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜਨ ਜਾਂਦਾ ਏ ਤੇ ਜਿਹੜੀ ਉਹਦੀ ਜ਼ਿੰਮੇਵਾਰੀ 8 ਸੀਟਾਂ ਤੇ ਹੁੰਦੀ ਆ, ਉਹ 1 ਸੀਟ ਤੇ ਕਨਸੈਂਟਰੇਟ ਕਰ ਲੈਂਦਾ ਏ। 8 ਸੀਟਾਂ ਜਿਹੜੀਆਂ ਉਹਨੂੰ ਮਿਹਨਤ ਜਿਹੜੀ ਕਰਨੀ ਆ ਉਹ ਚਾਹੀਦੀ ਆ। ਮੈਂ ਸਾਰੇ ਐਮਪੀ ਸਾਹਿਬਾਨਾਂ ਨਾਲ ਅਸੀਂ ਇਕੱਠੇ ਬਹਿ ਕੇ ਗੱਲ ਕੀਤੀ ਆ ਵੀ ਐਮਪੀ ਇਸ ਕੰਮ 'ਚ ਇਸ ਵਾਰ ਪਾਰਟੀ ਦਾ ਕਿਤੇ ਫੈਸਲਾ ਸੀ, ਪਰ 8-8 ਸੀਟਾਂ ਦੀ ਜ਼ਿੰਮੇਵਾਰੀ ਕੌਣ ਲਊਗਾ ਫਿਰ? ਇਸ ਕਰਕੇ ਇਸ ਗੱਲ ਦਾ ਹਾਈ ਕਮਾਂਡ ਨੂੰ ਮੈਂ ਬੇਨਤੀ ਕੀਤੀ ਆ ਐਜ਼ ਏ ਲੀਡਰ, ਐਮਪੀਆਂ ਦੇ ਹੋਣ ਨਾਤੇ, ਉੱਥੇ ਪਾਰਟੀ ਦਾ ਵਿਪ ਹੋਣ ਨਾਤੇ, ਵੀ ਕੋਸ਼ਿਸ਼ ਕਰੋ ਵੀ ਐਮਪੀ ਇਲੈਕਸ਼ਨ ਆ ਜਿਹੜੀ ਉਹ ਨਾ ਲੜਨ, ਐਮਪੀ ਇਲੈਕਸ਼ਨ ਲੜਾਉਣ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਬਿੱਟੂ ਸਾਹਿਬ। ਤਾਂ ਇਹ ਸੀਗੇ ਰਵਨੀਤ ਬਿੱਟੂ, ਜਿਨ੍ਹਾਂ ਨੇ ਕਿਹਾ ਵੀ ਕੌਣ ਕਹਿੰਦਾ ਵੀ ਸੀਐਮ ਚੰਨੀ ਆਉਣ ਵਾਲੀ ਸਰਕਾਰ ਜਦੋਂ ਬਣੂਗੀ ਕਾਂਗਰਸ ਦੀ, ਉਹ 'ਚ ਮੁੱਖ ਮੰਤਰੀ ਹੋਏ। ਸੀਐਮ ਚੰਨੀ ਜਦੋਂ 111 ਦਿਨ ਰਹਿ ਚੁੱਕਿਆ, ਆਉਣ ਵਾਲੇ ਅਗਲੀ ਸਰਕਾਰ 'ਚ ਸੀਐਮ ਚੰਨੀ ਹੀ ਮੁੱਖ ਮੰਤਰੀ ਹੋਣਗੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਭੁਲੇਖਾ ਪਾ ਰਿਹਾ ਵੀ ਉਹਨਾਂ ਦੀ ਟਿਕਟਾਂ, ਜੇ ਪ੍ਰਧਾਨ ਉਹਨਾਂ ਦੇ ਘਰੇ ਜਾ ਰਿਹਾ, ਸੀਐਮ ਉਹਨਾਂ ਦੇ ਘਰੇ ਜਾ ਰਿਹਾ, ਵੀ ਉਹ ਅਨਾਊਂਸ ਹੋ ਗਈਆਂ, ਉਹ ਇਹ ਭੁਲੇਖੇ 'ਚ ਨਾ ਰਹੇ। ਜਦੋਂ ਸਕਰੀਨਿੰਗ ਕਮੇਟੀ ਜਾਉਣਗੀਆਂ, ਉੱਥੋਂ ਅਪਰੂਵ ਹੋਣਗੀਆਂ, ਫਿਰ ਹੀ ਟਿਕਟਾਂ ਅਨਾਊਂਸ ਕੀਤੀਆਂ ਜਾਣਗੀਆਂ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।